ਸਤਨਾਮ ਵਾਹਿਗੁਰੂ ਜੀ। ਸਾਰੰਗ ਮਹਿਲਾ ਪੰਜਵਾਂ। ਕੰਚਨਾ ਬਹੁ ਦਤ ਕਰਾ, ਓਮ ਦਾਨ ਅਰਪ ਧਰਾ। ਮਨ ਅਨਿਕ ਸੋਚ ਪਵਿੱਤਰ ਕਰਤ, ਨਾਹੀ ਰੇ ਨਾਮ ਤੁਲ। ਮਨ ਚਰਨ ਕਮਲ ਲਾਗੇ, ਕੰਚਨਾ ਬਹੁ ਦਤ ਕਰਾ। ਓਮ ਦਾਨ ਅਰਪ ਧਰਾ। ਮਨ ਅਨਿਕ ਸੋਚ ਪਵਿੱਤਰ ਕਰਤ, ਨਾਹੀ ਰੇ ਨਾਮ ਤੁਲ। ਮਨ ਚਰਨ ਕਮਲ ਲਾਗੇ। ਰਹਾਉ ਚਾਰ ਵੇਦ ਜਿਹਵਾ ਭਨੇ, ਦਸ ਅਸ਼ਟ ਖਸ਼ਟ ਸਰਵਨ ਸੁਨੇ। ਨਹੀਂ ਤੁਲ ਗੋਵਿੰਦ ਨਾਮ ਧੁਨੇ, ਮਨ ਚਰਨ ਕਮਲ ਲਾਗੇ। ਵਰਤ ਸੰਧ ਸੋਚ ਚਾਰ, ਕਿਰਿਆ ਕੁੰਟ ਨਿਰਾਹਾਰ। ਅਪਰਸ ਕਰਤ ਪਾਕ ਸਾਰ, ਨਿਵਲੀ ਕਰਮ ਬਹੁ ਬਿਸਥਾਰ। ਧੂਪ ਦੀਪ ਕਰਤੇ, ਹਰ ਨਾਮ ਤੁਲ ਨਾ ਲਾਗੇ। ਰਾਮ ਦਇਆਰ ਸੁਨ ਦੀਨ ਬੇਨਤੀ, ਦੇਹੁ ਦਰਸ ਨੈਣ ਪੇਖੋਂ। ਜਨ ਨਾਨਕ ਨਾਮ ਮਿਸ਼ਟ ਲਾਗੇ। ਵਰਤ ਸੰਧ ਸੋਚ ਚਾਰ, ਕਿਰਿਆ ਕੁੰਟ ਨਿਰਾਹਾਰ। ਅਪਰਸ ਕਰਤ ਪਾਕ ਸਾਰ, ਨਿਵਲੀ ਕਰਮ ਬਹੁ ਬਿਸਥਾਰ। ਧੂਪ ਦੀਪ ਕਰਤੇ, ਹਰ ਨਾਮ ਤੁਲ ਨਾ ਲਾਗੇ। ਰਾਮ ਦਇਆਰ ਸੁਨ ਦੀਨ ਬੇਨਤੀ, ਦੇਹ ਦਰਸ ਨੈਣ ਪੇਖੋਂ। ਜਨ ਨਾਨਕ ਨਾਮ ਮਿਸ਼ਟ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਤਖਤ ਦੇ ਮਾਲਕ, ਸਰਬ ਕਲਾ ਸਮਰੱਥ, ਜੁਗੋ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਸੁਭਾਈਮਾਨ ਪਰਮ ਸਤਿਕਾਰਯੋਗ ਵਡਭਾਗੀ ਗੁਰੂ ਸਵਾਰੀ ਸਤਸੰਗੀ ਜਨੋ, ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਵਡਭਾਗੀ ਹੋ। ਗੁਰੂ ਸਾਹਿਬਾਨ ਨੇ ਜੋ ਮਹਾਨ ਬਖਸ਼ਿਸ਼ ਸਾਡੇ ਤੇ ਕੀਤੀ ਹੈ, ਉਹ ਹੈ ਗੁਰਬਾਣੀ ਅਤੇ ਸਤ ਸੰਗਤ ਦੀ ਦਾਤ। ਜ਼ਿੰਦਗੀ 'ਚ ਹਰ ਮਨੁੱਖ ਸੁਖ ਚਾਹੁੰਦਾ ਹੈ, ਦੁੱਖਾਂ ਤੋਂ ਬਚਣਾ ਚਾਹੁੰਦਾ ਹੈ। ਸੁਖ ਪ੍ਰਾਪਤ ਕਰਨ ਦੇ ਲਈ ਧਾਰਮਿਕ ਲੋਕਾਂ ਨੇ ਇੱਕ ਗੱਲ ਕਹੀ ਕਿ ਪ੍ਰਮਾਤਮਾ ਨਾਲ ਜੁੜੋ, ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੋ। ਇਹ ਗੱਲ ਤੇ ਕਹਿਤੀ ਕਿ ਪ੍ਰਮਾਤਮਾ ਨਾਲ ਜੁੜਿਆਂ ਸੁਖ ਮਿਲਣੇ, ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੈ। ਕੋਈ ਪ੍ਰਮਾਤਮਾ ਹੈ। ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਤਰੀਕੇ ਬੜੇ ਦੱਸ ਦਿੱਤੇ। ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਅਨੇਕ ਤਰ੍ਹਾਂ ਦੀਆਂ ਵਿਧੀਆਂ ਦੱਸ ਦਿੱਤੀਆਂ। ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੀ ਜੋ ਯੁੱਗ ਸੀ, ਪਹਿਲਾਂ ਲੋੜ ਤਾਂ ਸੀ ਕਿ ਪ੍ਰਮਾਤਮਾ ਤੋਂ ਅਸੀਂ ਦੂਰ ਕਿਉਂ। ਪ੍ਰਮਾਤਮਾ ਤਾਂ ਸਰਵ ਵਿਆਪਕ ਹੈ, ਹਰ ਮਨੁੱਖ ਦੇ ਅੰਦਰ ਵੀ ਹੈ, ਬਾਹਰ ਵੀ ਹੈ। ਫਿਰ ਅਜਿਹੇ ਪ੍ਰਮਾਤਮਾ ਨਾਲ ਸਾਡੀ ਸਾਂਝ ਕਿਉਂ ਨਹੀਂ? ਉਹ ਕਾਰਨ ਕੀ ਕਿ ਅਸੀਂ ਪ੍ਰਮਾਤਮਾ ਤੋਂ ਵੱਖਰੇ ਹਾਂ। ਇਸ ਗੱਲ ਦਾ ਮਨੁੱਖ ਨੂੰ ਗਿਆਨ ਨਾ ਹੋਇਆ ਤੇ ਮਨੁੱਖ ਨੇ ਸੋਚਿਆ ਕਿ ਤੀਰਥਾਂ ਤੇ ਫਿਰਿਆ ਰੱਬ ਮਿਲ ਜਾਏਗਾ, ਜੰਗਲਾਂ ਤੇ ਫਿਰਿਆ ਰੱਬ ਮਿਲ ਜਾਏਗਾ, ਜਾਂ ਕੋਈ ਸਰੀਰ ਨੂੰ ਕਸ਼ਟ ਦਿੱਤਿਆਂ ਰੱਬ ਸਾਡੇ ਤੇ ਖੁਸ਼ ਹੋ ਜਾਏਗਾ, ਜਾਂ ਅਸੀਂ ਬਹੁਤ ਦਾਨ ਪੁੰਨ ਕਰਾਂਗੇ, ਸੋਚ ਸੰਜਮ ਕਰਾਂਗੇ, ਰੱਬ ਸਾਨੂੰ ਮਿਲ ਜਾਏਗਾ।
ਅਖੌਤੀ ਧਾਰਮਿਕ ਲੋਕਾਂ ਨੇ ਮਨੁੱਖ ਦੀ ਇਸ ਤਾਂਘ ਦਾ ਬੜਾ ਨਜਾਇਜ਼ ਫਾਇਦਾ ਉਠਾਇਆ। ਉਹਦੇ ਕੋਲ ਬੜੇ ਬੜੇ ਮਹਿੰਗੇ ਦਾਨ ਕਰਾਏ ਗਏ, ਉਹਦੇ ਕੋਲ ਅਨੇਕ ਤਰ੍ਹਾਂ ਦੇ ਜਪ ਤਪ ਕਰਾਏ ਗਏ, ਲੇਕਿਨ ਜੋ ਜ਼ਿੰਦਗੀ ਦਾ ਮਕਸਦ ਸੀ ਪ੍ਰਮਾਤਮਾ ਨੂੰ ਮਿਲਣਾ, ਉਹ ਮਿਲ ਨਾ ਸਕਿਆ। ਗੁਰਬਾਣੀ ਕਹਿੰਦੀ ਪ੍ਰਮਾਤਮਾ ਤੇ ਸਾਡੇ ਅੰਦਰ ਹੈ, ਬਾਹਰ ਹੈ। ਫਿਰ ਉਸ ਪ੍ਰਮਾਤਮਾ ਨਾਲ ਸਾਡੀ ਸਾਂਝ ਕਿਉਂ ਨਹੀਂ ਹੈ, ਨੇੜਤਾ ਕਿਉਂ ਨਹੀਂ ਹੈ? ਸਤਿਗੁਰੂ ਜੀ ਕਹਿੰਦੇ ਉਹਦਾ ਕਾਰਨ ਸਾਡੇ ਅੰਦਰ ਇੱਕ ਅਹੰਕਾਰ ਦੀ ਦੀਵਾਰ ਹੈ। ਜੋ ਅਹੰਕਾਰ ਨਹੀਂ ਜਿੰਨਾ ਚਿਰ ਮਿਟਦਾ ਉਹਨਾਂ ਚਿਰ ਪ੍ਰਮਾਤਮਾ ਨਾਲ ਸਾਂਝ ਨਹੀਂ ਬਣਨੀ। ਸਤਿਗੁਰੂ ਜੀ ਦੇ ਪਿਆਰੇ ਬਚਨ ਨੇ ਕਿ ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਭੀਤ ਕੰਧ ਨੂੰ ਕਹਿੰਦੇ ਨੇ। ਜੀਵਾਤਮਾ ਤੇ ਪ੍ਰਮਾਤਮਾ ਇੱਕ ਹੀ ਸਰੀਰ ਵਿੱਚ ਨੇ, ਵਿੱਚ ਇੱਕ ਅਹੰਕਾਰ ਦੀ ਕੰਧ ਹੈ। ਉਹ ਕੰਧ ਤੋੜਨੀ ਹੈ। ਉਹ ਕੂੜ ਦੀ ਪਾਲ ਕਹਿ ਲੋ, ਅਹੰਕਾਰ ਦੀ ਕੰਧ ਕਹਿ ਲੋ, ਉਹਨੂੰ ਤੋੜਨਾ ਹੈ। ਜਦੋਂ ਟੁੱਟ ਜਾਏਗੀ, ਗੁਰਬਾਣੀ ਕਹਿੰਦੀ ਹਉਮੈ ਜਾਈ ਤਾਂ ਕੰਤ ਸਮਾਈ। ਜਦੋਂ ਹਉਮੈ ਚਲੀ ਗਈ ਅਸੀਂ ਪ੍ਰਮਾਤਮਾ ਚ ਸਮਾ ਜਾਵਾਂਗੇ। ਮਸਲਾ ਤੇ ਅਹੰਕਾਰ ਤੋਂ ਮੁਕਤ ਹੋਣ ਦਾ ਸੀ। ਪਰ ਮਨੁੱਖ ਜੋ ਕਰਮ ਕਰਦਾ ਹੈ ਉਹਦੇ ਰਾਹੀਂ ਤੇ ਹੰਕਾਰ ਵੱਧਦਾ ਚਲਿਆ ਜਾਂਦਾ। ਕੋਈ ਤੀਰਥਾਂ ਤੇ ਜਾ ਕੇ ਅਹੰਕਾਰ ਪਾਲੀ ਬੈਠਾ ਹੈ, ਕੋਈ ਦਾਨ ਕਰਨ ਦਾ ਹੰਕਾਰ ਸੰਭਾਲੀ ਬੈਠਾ ਹੈ, ਕਿਸੇ ਨੂੰ ਧਰਮ ਗ੍ਰੰਥ ਪੜ੍ਹਨ ਦਾ, ਧਰਮ ਗ੍ਰੰਥਾਂ ਦੇ ਗਿਆਨ ਦਾ ਹੰਕਾਰ ਹੈ। ਗੁਰੂ ਕੇ ਇਹ ਪਾਵਨ ਬਚਨ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਰ ਭੁਯੰਗਮ ਸਾਧੇ ਪੰਚ ਜਨਾਂ ਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ ਪਿਆਰੇ, ਇਨ ਬੇਦ ਮਿਲਨ ਨਾ ਜਾਈ। ਸਤਿਗੁਰੂ ਜੀ ਕਹਿੰਦੇ ਇਹਨਾਂ ਵਿਧੀਆਂ ਨਾਲ ਰੱਬ ਨੂੰ ਨਹੀਂ ਮਿਲਿਆ ਜਾਣਾ। ਇਹਦੇ ਨਾਲ ਤੇ ਸਗੋਂ ਹੋਰ ਅਹੰਕਾਰ ਵੱਧ ਗਿਆ। ਪਾਠ ਤੇ ਕਰਨਾ ਸੀ, ਹੰਕਾਰ ਮਿਟੇ। ਜਿਸ ਕਰਮ ਦੇ ਨਾਲ ਅਹੰਕਾਰ ਵੱਧਦਾ ਹੈ, ਉਹ ਕਰਮ ਜਿੰਨਾ ਮਰਜੀ ਵਧੀਆ ਵੀ ਕਿਉਂ ਨਾ ਹੋਵੇ, ਅਸੀਂ ਪ੍ਰਮਾਤਮਾ ਨਾਲ ਨਹੀਂ ਮਿਲ ਸਕਦੇ। ਪ੍ਰਮਾਤਮਾ ਨਾਲ ਸਾਡੀ ਸਾਂਝ ਬਣ ਹੀ ਨਹੀਂ ਸਕਦੀ। ਪ੍ਰਮਾਤਮਾ ਨੂੰ ਹੰਕਾਰ ਚੰਗਾ ਲੱਗਦਾ ਹੀ ਨਹੀਂ ਹੈ। ਹਰ ਜੀਉ ਅਹੰਕਾਰ ਨਾ ਪਾਵੀ, ਹਉਮੈ ਨਾਵੇਂ ਨਾਲ ਵਿਰੋਧ ਹੈ। ਧਰਮ ਦੀ ਦੁਨੀਆ 'ਚ ਜੋ ਕੁਝ ਲੋਕ ਕਰਦੇ ਨੇ, ਸਤਿਗੁਰੂ ਜੀ ਨੇ ਉਹਦੀ ਚਰਚਾ ਕੀਤੀ ਹੈ। ਸੁਖਮਨੀ ਸਾਹਿਬ ਜੀ 'ਚ ਗੁਰੂ ਕਾ ਇੱਕ ਪਾਵਨ ਬਚਨ ਹੈ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਹ ਨਾਨਕ ਜੀ ਬੜੇ ਸਿਮਰਤੀਆਂ ਸ਼ਾਸਤਰ ਪੜ੍ਹ ਪੜ੍ਹ ਕੇ ਦੇਖ ਲਏ, ਪਰ ਇਸ ਗੱਲ ਦਾ ਪਤਾ ਲੱਗਿਆ ਕਿ ਪ੍ਰਮਾਤਮਾ ਦਾ ਨਾਮ ਅਮੋਲਕ ਹੈ, ਇਹਦੇ ਬਰਾਬਰ ਕੋਈ ਚੀਜ਼ ਨਹੀਂ ਹੈ। ਗਿਣਤੀ ਕੀਤੀ ਸਤਿਗੁਰੂ ਜੀ ਨੇ ਸਾਰੇ ਕੰਮਾਂ ਦੀ, ਜੋ ਲੋਕ ਕਰਦੇ ਨੇ, ਜਾਪ ਤਾਪ ਗਿਆਨ ਸਭ ਧਿਆਨ। ਅਸੀਂ ਵੀ ਕਈ ਵਾਰੀ ਕਹਿੰਦੇ ਕਿ ਇੰਨੇ ਸ਼ਬਦਾਂ ਦਾ ਜਾਪ ਕਰ ਲਓ। ਸਾਨੂੰ ਸਤਿਗੁਰੂ ਜੀ ਨੇ ਸਿਮਰਨ ਦੀ ਗੱਲ ਕੀਤੀ, ਜਾਪ ਦੀ ਨਹੀਂ। ਜਾਪ ਤਾਪ ਗਿਆਨ ਸਭ ਧਿਆਨ। ਕੋਈ ਬੜੇ ਤਪ ਕਰੀ ਜਾਏ, ਕੋਈ ਬੜਾ ਗਿਆਨ ਪ੍ਰਾਪਤ ਕਰੀ ਜਾਏ ਕਿ ਇੰਨੇ ਗ੍ਰੰਥਾਂ ਨੂੰ ਮੈਂ ਪੜ੍ਹ ਲਿਆ, ਇੰਨੀ ਵਿਚਾਰ ਕਰ ਲਈ ਹੈ, ਜਾਂ ਕੋਈ ਬੜੇ ਧਿਆਨ ਜੋੜ ਜੋੜ ਕੇ ਕਦੀ ਕਹੇ ਕਿ ਮੈਂ ਇੱਥੇ ਧਿਆਨ ਟਿਕਾਇਆ, ਇੱਥੇ ਸੁਰਤ ਟਿਕਾਈ ਹੈ। ਖੜ ਸ਼ਾਸਤਰ ਸਿਮਰਤ ਬਖਿਆਨ, ਛਿਆਂ ਸ਼ਾਸਤਰਾਂ ਦਾ ਸਿਮਰਤੀਆਂ ਦਾ ਬਖਿਆਤਾ ਹੋਵੇ, ਉਹ ਭਾਵੇਂ ਜ਼ੁਬਾਨੀ ਯਾਦ ਹੋਣ ਉਸ ਨੂੰ। ਜੋਗ ਅਭਿਆਸ ਕਰਮ ਧਰਮ ਕਿਰਿਆ, ਜੋਗੀਆਂ ਵਾਲੇ ਬੜੇ ਅਭਿਆਸ ਕਰਦਾ ਹੋਏ। ਦੇਖੋ ਉਵੇਂ ਸਰੀਰਕ ਤੰਦਰੁਸਤੀ ਦੇ ਲਈ ਕੋਈ ਇਹੋ ਜਿਹੇ ਆਸਨ ਕਰਦਾ ਤੇ ਮੁਬਾਰਕ ਹੈ। ਕੋਈ ਨਿਉਲੀ ਆਸਨ ਕਰਦਾ ਕਿ ਪੇਟ ਠੀਕ ਰਹੇ, ਕੋਈ ਅੱਖਾਂ ਦੀ ਤੰਦਰੁਸਤੀ ਲਈ ਆਸਨ ਕਰਦਾ, ਕੋਈ ਸਰੀਰਕ ਤੰਦਰੁਸਤੀ ਲਈ, ਉਹ ਗੱਲ ਇੱਕ ਵੱਖਰੀ ਹੈ। ਪਰ ਕੋਈ ਕਹੇ ਕਿ ਢਿੱਡ ਨੂੰ ਘੁਮਾਇਆ ਰੱਬ ਮਿਲ ਜਾਏਗਾ, ਜਾਂ ਅੱਖਾਂ ਨੂੰ ਏਦਾਂ ਕੀਤਿਆਂ ਰੱਬ ਮਿਲ ਜਾਏਗਾ, ਪੁੱਠੇ ਲਟਕਿਆਂ ਰੱਬ ਮਿਲ ਜਾਏਗਾ। ਸਤਿਗੁਰੂ ਜੀ ਕਹਿੰਦੇ ਜੋਗ ਅਭਿਆਸ ਕਰਮ ਧਰਮ ਕਿਰਿਆ। ਜੋਗੀਆਂ ਵਾਲੇ ਜਿੰਨੇ ਮਰਜੀ ਅਭਿਆਸ ਕੋਈ ਕਰ ਲੈ, ਜਿੰਨੇ ਮਰਜੀ ਕਰਮ ਕਰ ਲੈ, ਜਿੰਨੇ ਮਰਜੀ ਇਹੋ ਜਿਹੇ ਧਰਮ ਕਰ ਲੈ, ਸਗਲ ਤਿਆਗ ਬਨ ਮਧੇ ਫਿਰਿਆ। ਸਭ ਕੁਝ ਛੱਡ ਕੇ, ਕਿਉਂਕਿ ਕਈ ਵਾਰੀ ਕਈ ਲੋਕਾਂ ਨੂੰ ਭਰਮ ਹੈ ਕਿ ਇਹ ਦੁਨੀਆ ਦੇ ਪਦਾਰਥ ਜਾਂ ਪਰਿਵਾਰ ਇਹ ਰੱਬ ਦੇ ਰਸਤੇ ਵਿੱਚ ਰੁਕਾਵਟ ਨੇ। ਤੇ ਕਈ ਲੋਕ ਕੀ ਹੈ, ਘਰਾਂ ਨੂੰ ਛੱਡ ਬੈਠਦੇ, ਪਰਿਵਾਰਾਂ ਤੋਂ ਵੱਖਰੇ ਹੋ ਜਾਂਦੇ, ਸੰਸਾਰ ਤੋਂ ਵੱਖਰੇ। ਸਤਿਗੁਰੂ ਜੀ ਕਹਿੰਦੇ ਸਭ ਕੁਝ ਛੱਡ ਦੇ, ਸਗਲ ਤਿਆਗ ਬਨ ਮਧੇ ਫਿਰਿਆ। ਅਨੇਕ ਪ੍ਰਕਾਰ ਕੀਏ ਬਹੁ ਯਤਨਾ, ਹੋਰ ਵੀ ਅਨੇਕ ਤਰ੍ਹਾਂ ਦੇ ਯਤਨ ਕਰ ਲਏ। ਪੁੰਨ ਦਾਨ ਹਉਮੈ ਬੋ ਰਤਨਾ, ਬੜੇ ਹੋਮ ਜਗ ਕਰ ਲਏ, ਬੜੇ ਪੁੰਨ ਦਾਨ ਕਰ ਲਏ, ਰਤਨ ਦਾਨ ਕਰਦੇ, ਸਭ ਕੁਝ ਕਰ ਲਏ, ਨਹੀਂ ਤੁਲ ਰਾਮ ਨਾਮ ਵਿਚਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਵਾਹਿਗੁਰੂ ਜੀ ਦੇ ਸਿਮਰਨ ਦੇ ਤੁਲ ਕੋਈ ਚੀਜ਼ ਨਹੀਂ। ਨਾਨਕ
गुरमुख नाम जपिए एक बार। हे भाई, गुरु दी मत राई, गुरु के उपदेश राई एक बारी वाहिगुरु जी दे प्यार च जुड़ के तो देखो तुसी। होर जो मर्जी कर ले, 9 खंड पृथ्वी फिरै चिरजीवै, महा उदास तपीसर थीवै। सारी धरती दे 9 खंड गिने गए ने। बंदा 9 खंडां ती फिर लिया ने कि 88 तीर्थां दी गल ते निकी जी गल है। सारी धरती दा रटन कर ले, 9 खंड पृथ्वी फिरै चिरजीवै, महा उदास तपीसर थीवै। दुनिया तो उदास हो जाए, वखरा हो जाए, तपीसर बन जाए, सब कुछ कर ले। सतगुरु साहब जी कहते ने ये सब कुछ कीतियां अंदरों अहंकार नहीं मिटना, अंदरों अहंकार वाली बिरती नहीं मिटनी। मसला ते अहंकार तो मुक्त होने दा सी, जिस करके असीं परमात्मा तो दूर हां। तो अहंकार नूं दूर करन लई शरीर ते को सुआह मार ले, शरीर नूं को अग दीयां धूड़ियां ताड़ ले, भावें कोई ठंडे पानी च बैठा रहे, भावें जंगलां च बैठा रहे, पहाड़ां ते बैठा रहे, भावें धरती पुट के बैठा रहे, जो मर्जी करी जाए। सतगुरु जी कहंदे नहीं, इन्हां साधनां दे राहीं प्यारे इन विद मिल ना जाए। इन्हां साधनां दे राहीं परमात्मा नाल तेरा मिलाप नहीं होना, सांझ नहीं बननी। देखो, बच्चा स्कूल जांदा है, स्कूल जाने का अर्थ है कि बच्चा जिहड़ा है वो एजुकेट होवे, बच्चा सियाना बने, पढ़ के कोई दुनियादारी दा उन्हें पता लगे। हुण बच्चा स्कूले जाके एजुकेट तो हो नहीं रहा। उवें कहे जी मैं रोज स्कूले जाना, मास्टर दियां परिक्रमा भी करदा हां, मैं स्कूल नूं मत्था भी टेक आउणा, मैं स्कूल दे सामने सारा दिन भुखा ही बैठा रहिना हां। इदां करन दे नाल कोई एजुकेट थोड़ा हो जाएगा। ओहदे लई ते ओहनूं स्कूल जाके पढ़ के समझना पेगा, तां ही वो अगे बढ़ेगा ना, तां ही वो जिंदगी च कोई डॉक्टर बनेगा, कोई इंजीनियर बनेगा। कदी होया कोई कहे कि मेडिकल कॉलेज के सामने जाके भुखा ही बैठा रहांगा, मैं डॉक्टर बन जावांगा, या पुठा लटकिया रहांगा डॉक्टर बन जावांगा, या उत्थे धूनी ता के बैठ जावांगा डॉक्टर बन जावांगा। उत्थे ते पढ़ना पेगा, उत्थे ते मेहनत करनी पेगी, उत्थे ज्ञान प्राप्त करके, जानकारी प्राप्त करके अगे बढ़ना पेगा। जिंदगी भी इदा ही है। जिंदगी च तां एजुकेट होने की लोड़ सी। जे कोई कहे मैं तप करके रब नूं मिल जावांगा, जां मैं कोई इन्ने पाठ करके रब नूं मिल जावांगा, जां मैं भुखे रह के रब नूं मिल जावांगा, नंगे पैरी रब नूं मिल जाए, तां काम ही बड़ा सौखा है। रब नूं मिलन दा अर्थ इन्हां चीजां दे नाल कोई संबंध नहीं है। रब नूं मिलन दा अर्थ है कि असीं अंदरों बुद्ध करके जां सुरत करके इन्ने उच्चे उठ जाइए कि आ दुनिया दीयां कोई समस्यावां साडी जिंदगी दे रस्ते च रुकावट ना बन। सतगुरु जी दे किन्ने प्यारे बचन आसा की वार च आपां सरवण करदे हां। जिन्हें गुरमुख नाम ते आया तिना फिर बिघ न होई राम राजे। जिन्हां ने गुरु दे उपदेश राहीं परमात्मा नूं चेते कीता है, सतगुरु जी कहंदे उन्हें कोई विघन नहीं व्यापदा जिंदगी च। साडी जिंदगी च बड़े विघन ने, इन्हां विघनां तो बचण दे लई आपां कहंदे उत्थे मत्था टेक लो, ए जप कर लो, आ तप कर लो, आ पाठ कर लो, जी विघन नहीं कोई आएगा। विघनां तो बचण दे लई सरीरक तंदुरुस्ती दी लोड़ है। विघनां तो बचण दे लई बंदा मानसिक तौर ते बलवान होण दी लोड़ है। विघनां तो बचण दे लई बंदा आर्थिक तौर ते उच्चा उठना चाहिदा है। विघनां तो बचण दे लई मनुख नूं ज्ञान होना चाहिदा, एजुकेट होना चाहिदा। ਜਦੋਂ ਅਸੀਂ ਗੁਰੂ ਦੇ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਜੁੜਦੇ ਹਾਂ, ਜਿਹਨੇ ਗੁਰਮੁਖ ਨਾਮ ਤੇ ਆਇਆ, ਗੁਰੂ ਦੇ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਜਿਹੜੇ ਜੁੜੇ, ਵਾਹਿਗੁਰੂ ਜੀ ਦੇ ਪਿਆਰ ਚ ਜੁੜਨ ਦਾ ਅਰਥ ਇਹ ਹੈ ਕਿ ਜੋ ਗੁਰੂ ਨੇ ਮਾਰਗ ਦਿੱਤਾ ਹੈ, ਉਸ ਸੰਸਾਰ ਅਸੀਂ ਬੁਰਾਈਆਂ ਤੋਂ ਮੁਕਤ ਹੋਈਏ, ਔਗਣਾਂ ਤੋਂ ਮੁਕਤ ਹੋਈਏ, ਅਸੀਂ ਪ੍ਰਮਾਤਮਾ ਦੀ ਕੀਰਤੀ ਕਰਦੇ ਕਰਦੇ ਉਹਦੇ ਗੁਣਾਂ ਦੇ ਧਾਰਨੀ ਬਣ ਜਾਈਏ, ਅਸੀਂ ਸਰੀਰ ਕਰਕੇ ਤੰਦਰੁਸਤ ਹੋਈਏ, ਮਾਨਸਿਕ ਤੌਰ ਤੇ ਸਾਡੀ ਸੋਚ ਤੰਦਰੁਸਤ ਹੋਏ, हर पख तो असी उच्चे उठिए। जिन सतगुर पुरख मनाया तिन पूजे सब कोई। जिन्हां ने गुरु नूं मना लिया, भाव गुरु दे बचन मन के गुरु दी रहमत नूं प्राप्त कर लिया, सारी दुनिया उन्हां नूं पूजदी है। जिन्हें सतगुर प्यारा सेविया तिन्हां सुख साध होई। जिन्हां ने प्यारे गुरु दी सेवा कीती उन्हां नूं ते सदा ही सुख मिलदा है। साहब कहंदे जिन नानक सतगुर भेटिया तिन्हां मिलिया हर सोई। जिन्हां ने गुरु नूं भेटिया, परसिया, गुरु दे बचन मन्ने, गुरु दे मार्ग ते चलदे, उन्हां नूं जिंदगी च परमात्मा मिल जांदा है। सतगुरु साहिब श्री गुरु अर्जन देव जी महाराज ने अज दे इस पवित्र मुख वाक राहीं जो सारंग राग विचों आप जी सरवण कर रहे सी, सानू इक्को ही एक सोझी दित्ती है कि वाहिगुरू जी दे चरणां नाल जुड़ीए, परमात्मा दे प्यार विच जुड़ीए।
परमात्मा दे प्यार तो बिना होर कोई साधन नहीं है जिंदगी अंदर दुखों तो मुक्त होने दा, जिंदगी अंदर सुख मानने दा जां परमात्मा नूं प्राप्त करने दा कोई साधन नहीं है। सतगुरु जी जो बख्शिश साडे ते कर रहे ने, आओ आपां मिल के गुरु के इन्हां अमृत बचनां दी विचार सांझी करिए जी। सतगुरु जी दे प्यार विच जुड़दे आ मन बिरतियां नूं टिकाउण दे लई मुख तो सारे ही उच्चारण करिए सतनाम वाहिगुरु साहिब जी। सारंग महला पंजवा कंचना बहु दत्त करा। सतगुरु गुरु अर्जन साहिब जी दे ए अमृत बचन गुरु ग्रंथ साहिब जी दे पावन अंक 1229 ते अंकित हैं। सतगुरु साहिब जी कहते ने कंचना बहु दत्त करा, क्योंकि धर्म की दुनिया च अखौती धार्मिक लोगों ने मनुख नूं ये गल कही कि दान करोगे तो रब मिल जाएगा। कोई अन्न का दान करता है, जिन्हें जिन्हें किसी की समर्था है, कोई धरती का दान करन लग पिया, कईयां ने तां सोने का दान करना शुरू कर दिता। ये दान ते इथों तक चलिया गया कि अरपे नार शिंगार समेत कि अपनी पत्नी नूं गहणियां दे नाल शिंगार के ना चंगी तरह वो भी दान कर दिओ, रब मिल जाएगा। किन्नी अज्ञानता समाज विच भरी पई सी। सतगुरु जी कहंदे जिन्ना मर्जी को दान कर ले, कंचना बहुत दत्त करा। कंचन मैना सोना, को सोने का बहुत दान करे, थोड़ा नहीं बहुत दान कर ले। भूम दान अर्प धरा, भूमि का दान करे कोई, भूमि धरती को धरती अर्पण कर देवे। करे किनू? जिहड़े अखौती धार्मिक लोग ने, जिन्हां ने मनुखता नूं गुमराह कीता कि दान करोगे रब मिल जाएगा, इत्थे दान करोगे अगे जाके सुख मिलेगा। इत्थे मनुख दी जिंदगी सब कुछ लुट लैंदे ने ते लारा अगली जिंदगी दा लाउंदे ने। मसला ते ऐ जिंदगी दा कि असीं हुण सुखी होईए, हुण आनंद माणीए। जे हुण असीं नरकी भोगना है ते अगले स्वर्ग नूं करना की आपां? सानूं हुण स्वर्ग चाहीदा है, सानूं हुण सुख चाहीदा है, सानूं हुण मुक्ति चाहीदी है। पर भोली भाली लुकाई नूं क्योंकि ज्ञान नहीं दिता जाता। धर्म की दुनिया च तां इह किहा गया कि तुसीं धर्म ग्रंथ ही नहीं पढ़ सकदे, क्योंकि धर्म ग्रंथ कोई माड़ा नहीं है। हर धर्म ग्रंथ ने मनुख नूं सोझी दिती है, परमात्मा की गल कीती है। लेकिन धर्म ग्रंथ पढ़न की तो गल ही मनुख नूं नहीं कीती गई। धर्म ग्रंथ पढ़न वालियां नूं तां वरजिया गया, कईयां नूं ते अधिकार ही नहीं दिता गया पढ़न दा। क्योंकि जिस समाज नूं गुलाम बना के रखना सी, जिन्हों कहता ये दलित समाज है, ये शूद्र समाज है, ये धर्म मंदिरां च नहीं आ सकदा, धर्म ग्रंथ नहीं पढ़ सकदा, पढ़दा देखिया गया ते ओदी जीभ जिहड़ी ओ च किल ठोक दित्ते जाणगे, कंज सिक्के पा दित्ते जाणगे। इन्हें जालमाना कर्म इस धरती दे धर्म दे नां ते कीते गए साडे मुल्क दे अंदर। तू सूद है, तू तप ही नहीं कर सकदा, गला वड़ दिता गया। संबूख वर्गियां दा गला वड़ता, तू तप नहीं कर सकदा, रब दा नाम नहीं जप सकदा। सूद है रब दे नां ते इन्ना अन्याय, रब सारियां नूं जिंदगी दिता है दिंदा है, रब दे नां ते इन्ने लोकां ते जुल्म कीते गए। सतगुरु जी कहंदे ने कि कोई इहो जे अखौती लोगां दे कहण ते भूमि दा दान करी जाए। मन अनक सोच पवित्र करत, कोई बंदा ये कहे कि रब मिलना है तो सोच संजम बड़ी होनी चाहिए। बड़ा इशनान ते जोर दिता जाता। शरीरक तंदुरुस्ती लई स्नान बहुत जरूरी है। अमृत वेले उठ के नहाउणा ਜਾਂ ਜਦੋਂ भी नहाउणा शरीरक तंदुरुस्ती ਲਈ है। स्नान का किते भी संबंध मुक्ति नाल नहीं है कि फलाने थां ते नहा लोगे मुक्त हो जाओगे। गुरु की बाणी पढ़दे सोचा है, सोच न होवी जे सोची दिन रात। जिन्नी मर्जी सोच समझ करो, असी तो सोचे हो ही नहीं सकते। सोच करे दिन सा रात, मन की मैल न तन ते जात। मसला ते मन दी मैल तो मुक्त होने दा सी कि मन मैला है, इनू पवित्र किवें कीता जाए। मन मैला दा अर्थ कि मन च हंकार है, मन च बेईमानी है, मन च अनेक तरह की अज्ञानता है। इनू आपां किवें मुक्त करिए इन्हां चीज़ां तों। ते कह दिता गया फलाने थां ते नहा लो, इन्नियां मस्सियां नहा लो, इन्नियां पुन्नियां नहा लो, इन्नियां दसवीं नहा लो, इन्नियां 11वीं नहा लो। मनुख नहाउण वाले बन्ने तुर पिया, इन्ने तीर्थां ते नहा लो, 88 तीर्थां ते नहा लो, इस दिन नहा लो, इन्ने वजे नहा लो।
ਮਨੁੱਖਤਾ ਨੂੰ ਇਹਨਾਂ ਕੰਮਾਂ 'ਚ ਪਾ ਕੇ ਹੋਰ ਹੀ ਪਾਸੇ ਲਾ ਦਿੱਤਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਤਾਂ ਸੁੱਚਾ ਹੋ ਹੀ ਨਹੀਂ ਸਕਦਾ। ਸਰੀਰ ਹੈ, ਹੁਣ ਨਹਾ ਲੋ, ਘੜੀ ਕੁ ਨੂੰ ਪਸੀਨਾ ਆ ਜਾਣਾ, ਫਿਰ ਜੂਠਾ ਹੋ ਜਾਏਗਾ। ਥੋੜੇ ਚਿਰ ਬਾਅਦ ਫਿਰ ਸਾਡੇ ਸਰੀਰ ਚੋਂ ਪਸੀਨੇ ਦੀ ਮੈਲ ਬਦਬੂ ਆਉਣੀ ਸ਼ੁਰੂ ਹੋ ਜਾਣੀ ਹੈ। ਜਿੰਨਾ ਮਰਜ਼ੀ ਨਹਾ ਲੋ ਤੁਸੀਂ, ਇਹ ਸਰੀਰ ਤਾਂ ਮਿੱਟੀ ਦਾ, ਇਹ ਤੇ ਪਵਿੱਤਰ ਨਹੀਂ ਹੋਣਾ। ਪਵਿੱਤਰ ਤਾਂ ਮਨ ਨੂੰ ਕਰਨਾ ਸੀ, ਪਵਿੱਤਰ ਤਾਂ ਸੋਚ ਨੂੰ ਕਰਨਾ ਸੀ। ਸੋਚ ਪਵਿੱਤਰ ਹੋਣੀ ਸੀ ਕਿਸੇ ਚੰਗੇ ਪਾਸੇ ਲੱਗ ਕੇ। ਜਦੋਂ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਾਂਗੇ, ਅਸੀਂ ਧਰਮ ਗ੍ਰੰਥਾਂ ਨੂੰ ਪੜਾਂਗੇ, ਆਪੇ ਸੋਚ ਪਵਿੱਤਰ ਹੋਏਗੀ। ਪਰ ਕਿਹਾ ਗਿਆ ਕਿ ਤੁਸੀਂ ਤੀਰਥਾਂ ਦਾ ਇਸ਼ਨਾਨ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਅਨਕ ਸੋਚ ਪਵਿੱਤਰ ਕਰਤ। ਉਹ ਮਨਾ ਤੂੰ ਜਿੰਨੀ ਮਰਜ਼ੀ ਪਵਿੱਤਰਤਾ ਕਰ ਲੈ, ਸੋਚ ਸੰਜਮ ਕਰ ਲੈ। ਇਹ ਗੱਲ ਚੇਤੇ ਰੱਖੀ, ਜਿੰਨਾ ਮਰਜ਼ੀ ਸੋਨਾ ਦਾਨ ਕਰ ਲੈ, ਜਿੰਨੀ ਮਰਜ਼ੀ ਤੂੰ ਧਰਤੀ ਦਾ ਦਾਨ ਕਰੀ ਜਾ, ਜਿੰਨਾ ਮਰਜ਼ੀ ਅਨੇਕ ਤਰ੍ਹਾਂ ਦੀ ਸੋਚ ਸੰਜਮ ਦੀ ਤੂੰ ਸਾਧਨ ਵਰਤ ਲਾ, ਨਾਹੀ ਰੇ ਨਾਮ ਤੁਲ। ਸਤਿਗੁਰੂ ਜੀ ਕਹਿੰਦੇ ਨਾਮ ਸਿਮਰਨ ਦੇ ਤੁਲ ਕੋਈ ਚੀਜ਼ ਨਹੀਂ ਹੈ। ਮਨ ਦੀ ਪਵਿੱਤਰਤਾ ਚਾਹੀਦੀ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਰੋਜ਼ ਪੜ੍ਹਦੇ, ਭਰੀ ਹੈ ਮਤ ਪਾਪਾਂ ਕੇ ਸੰਗ ਉਹ ਧੁੱਪੈ ਨਾਵੇਂ ਕਹਿ ਰੰਗ। ਮਤ ਲਿਬੜੀ ਪਈ ਹੈ ਨਾ ਪਾਪਾਂ ਦੇ ਨਾਲ, ਉਹਨੂੰ ਪਵਿੱਤਰ ਕਰਨ ਦਾ ਤਰੀਕਾ ਨਾਮ ਹੈ। ਮਤ ਕੀ ਚੀਜ਼ ਹੈ? ਮਤ ਕੋਈ ਵਸਤੂ ਤਾਂ ਹੈ ਨਹੀਂ। ਇਹ ਨਹੀਂ ਕਿ ਉਹਨੂੰ ਤੁਸੀਂ ਪਾਣੀ ਨਾਲ ਧੋ ਲੋਗੇ ਜਾਂ ਕਿਸੇ ਹੋਰ ਕੈਮੀਕਲ ਨਾਲ ਧੋ ਕੇ ਤੁਸੀਂ ਸਾਫ਼ ਕਰ ਲੋਗੇ। ਉਹ ਤਾਂ ਮਨ ਇਹੋ ਜਿਹਾ ਤੇ ਹੈ ਹੀ ਨਹੀਂ, ਮਤ ਇਹੋ ਜਿਹੀ ਤੇ ਹੈ ਨਹੀਂ। ਉਹ ਤਾਂ ਇੱਕ ਅੰਦਰ ਸਾਡੇ ਵਿਚਾਰ ਨੇ, ਉਹ ਵਿਚਾਰ ਸਾਡੇ ਮਾੜਾ ਦੇਖ ਕੇ, ਮਾੜੀ ਸੁਸਾਇਟੀ 'ਚ ਬੈਠ ਕੇ ਮਾੜੇ ਬਣ ਗਏ। ਉਹਨਾਂ ਨੂੰ ਹੁਣ ਵਧੀਆ ਬਣਾਉਣਾ। ਉਹਨਾਂ ਨੂੰ ਵਧੀਆ ਬਣਾਉਣ ਦਾ ਤਰੀਕਾ ਹੈ ਕਿ ਅਸੀਂ ਚੰਗੀ ਸੁਸਾਇਟੀ 'ਚ ਬੈਠੀਏ, ਚੰਗੇ ਲੋਕਾਂ ਕੋਲ ਬੈਠੇ। ਉਹਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਤ ਸੰਗਤ ਦਿੱਤੀ ਹੈ, ਗੁਰਬਾਣੀ ਦਿੱਤੀ ਹੈ, ਪਰਮਾਤਮਾ ਦਾ ਸਿਮਰਨ ਕਰਨ ਦੀ ਗੱਲ ਕਹੀ ਹੈ। ਜਿਉਂ-ਜਿਉਂ ਅਸੀਂ ਗੁਰਬਾਣੀ ਪੜਾਂਗੇ, ਵਿਚਾਰਾਂਗੇ, ਸਾਡੀ ਸੁਰਤ ਬਾਣੀ ਨਾਲ ਜੁੜੇਗੀ, ਪਰਮਾਤਮਾ ਦੇ ਗੁਣਾਂ ਨਾਲ ਜੁੜੇਗੀ, ਕਿਉਂਕਿ ਸਾਡੀ ਸੁਰਤ ਵਿੱਚ ਨਿਰਮਲਤਾ ਹੁੰਦੀ ਜਾਏਗੀ, ਸਾਡੀ ਸੁਰਤ 'ਚੋਂ ਔਗਣ ਮਿਟਦੇ ਜਾਣਗੇ। ਸਤਿਗੁਰੂ ਜੀ ਕਹਿੰਦੇ ਜਿੰਨੇ ਮਰਜ਼ੀ ਦਾਨ ਕਰ ਲੈ, ਜਿੰਨੇ ਮਰਜ਼ੀ ਸੋਚ ਸੰਜਮ ਰੱਖ ਲੈ, ਜਿੰਨੇ ਮਰਜ਼ੀ ਤੂੰ ਹੋਰ ਅਨੇਕ ਤਰ੍ਹਾਂ ਦੇ ਕਰਮ ਕਰ ਲੈ, ਨਾਮ ਸਿਮਰਨ ਦੇ ਤੁਲ ਕੋਈ ਚੀਜ਼ ਨਹੀਂ ਹੈ। ਇਸ ਕਰਕੇ ਮਨ ਚਰਨ ਕਮਲ ਲਾਗੇ। ਉਹ ਮਨਾ ਵਾਹਿਗੁਰੂ ਜੀ ਦੇ ਕਮਲ ਵਰਗੇ ਚਰਨਾਂ ਨਾਲ ਜੁੜ। ਕਮਲ ਚਰਨ, ਕਮਲ, ਕਮਲ ਵਰਗੇ ਚਰਨ। ਕਮਲ ਕੋਮਲ ਹੁੰਦਾ ਹੈ, ਕਮਲ ਜਿਹੜਾ ਹੈ ਉਹ ਖਿੜਿਆ ਹੋਇਆ ਹੁੰਦਾ ਹੈ, ਕਮਲ ਸੁੰਦਰ ਹੁੰਦਾ ਹੈ, ਹੋਰ ਬੜੇ ਗੁਣ ਨੇ। ਪਰਮਾਤਮਾ ਦੇ ਚਰਨ ਬੜੇ ਕੋਮਲ ਨੇ, ਪਰਮਾਤਮਾ ਦੇ ਚਰਨ ਖੇੜੇ ਦਾ, ਆਨੰਦ ਦਾ ਘਰ ਨੇ। ਪਰਮਾਤਮਾ ਦੇ ਚਰਨ ਜਿਹੜੇ ਨੇ ਉਹ ਸੁੰਦਰਤਾ ਦੇ ਪ੍ਰਤੀਕ ਨੇ। ਪਰਮਾਤਮਾ ਦੇ ਚਰਨ ਜਿਹੜੇ ਨੇ ਉਹ ਸੁੱਖਾਂ ਦੇ ਦਾਤੇ ਨੇ। ਮਨਾ ਉਹ ਵਾਹਿਗੁਰੂ ਜੀ ਦੇ ਕਮਲ ਵਰਗੇ ਚਰਨਾਂ ਨਾਲ ਜੁੜ। ਵਾਹਿਗੁਰੂ ਜੀ ਦੇ ਚਰਨ ਦਾ ਅਰਥ ਵਾਹਿਗੁਰੂ ਜੀ ਦੇ ਗੁਣ, ਵਾਹਿਗੁਰੂ ਜੀ ਦਾ ਨਾਮ, ਵਾਹਿਗੁਰੂ ਜੀ ਦੇ ਗੁਣ ਜਿਹੜੇ ਕਮਲ ਵਰਗੇ ਨੇ, ਸੁੰਦਰ ਨੇ, ਸੁਖ ਦੇਣ ਵਾਲੇ ਨੇ। ਇਸ ਕਰਕੇ ਸਾਹਿਬ ਕਹਿੰਦੇ ਕਿ ਮਨਾ ਕੋਈ ਸੋਨਾ ਦਾਨ, ਕੋਈ ਧਰਤੀ ਦਾਨ। ਹਾਂ, ਰੱਬ ਨੇ ਦਾਤਾਂ ਦਿੱਤੀਆਂ ਨੇ, ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਵੰਡ ਕੇ ਛਕਣਾ ਇੱਕ ਬਹੁਤ ਵਧੀਆ ਗੁਣ ਹੈ। ਜੋ ਰੱਬ ਨੇ ਸਾਨੂੰ ਦਿੱਤਾ ਹੈ ਉਹਨੂੰ ਦੂਜਿਆਂ ਦੇ ਨਾਲ ਸ਼ੇਅਰ ਕਰ ਲੈਣਾ ਬਹੁਤ ਚੰਗੀ ਗੱਲ ਹੈ। ਪਰ ਉਹਦੇ ਇਹ ਅਰਥ ਨਹੀਂ ਕਿ ਅਸੀਂ ਕਿਸੇ ਨੂੰ ਰੋਟੀ ਖਵਾਤੀ ਸਾਨੂੰ ਰੱਬ ਹੀ ਮਿਲ ਜਾਏਗਾ, ਅਸੀਂ ਕਿਸੇ ਨੂੰ ਸੋਨਾ ਦੇ ਦਿੱਤਾ ਤੇ ਰੱਬ ਮਿਲ ਜਾਏਗਾ। ਅੰਦਰ ਮੇਰੇ ਹੰਕਾਰ ਹੈ, ਉਵੇਂ ਮੈਂ ਲੋਕਾਂ ਨੂੰ ਲੁੱਟੀ ਚੱਲਿਆ ਜਾ ਰਿਹਾ ਹਾਂ ਤੇ ਮੈਂ ਸੋਨਾ ਕੋ ਗਰੀਬ ਬੰਦਾ ਥੋੜੋ ਦਾਨ ਕਰੇਗਾ, ਫਿਰ ਗਰੀਬਾਂ ਨੂੰ ਤੇ ਰੱਬ ਮਿਲੇਗਾ ਹੀ ਨਹੀਂ। ਗਰੀਬ ਨੂੰ ਤੇ ਰੱਬ ਨੇ ਮਿਲੇਗਾ। ਬਾਬਾ ਨਾਮਦੇਵ ਕਿੱਥੋਂ ਸੋਨਾ ਦਾਨ ਕਰ ਲੈਣਗੇ? ਬਾਬਾ ਰਵਿਦਾਸ ਜੀ ਜੁੱਤੀਆਂ ਦਾ ਕੰਮ ਕਰਦੇ, ਕਿੱਥੋਂ ਸੋਨਾ ਦਾਨ ਕਰ ਲੈਣਗੇ? ਉਹਨਾਂ ਨੂੰ ਰੱਬ ਕਿਵੇਂ ਮਿਲ ਜਾਏਗਾ? ਜਦੋਂ ਸੋਨਾ ਦਾਨ ਦੀ ਗੱਲ ਆਉਂਦੀ ਹੈ ਉਦੋਂ ਇਸ ਸਮਾਜ ਦੇ ਅੰਦਰ ਫਿਰ ਬੇਈਮਾਨੀ ਪਸਰਦੀ ਹੈ। ਕਿਉਂਕਿ ਜੇ ਸੋਨਾ ਦਾਨ ਕਰਨਾ ਹੈ ਤੇ ਉਹ ਕੰਮ ਕਰੋ ਬਹੁਤੇ ਪੈਸੇ ਆਉਣ। ਤੁਸੀਂ ਸੋਨਾ ਇਕੱਠਾ ਕਰੋ, ਸੋਨਾ ਦਾਨ ਕਰੋ, ਰੱਬ ਮਿਲ ਜਾਏਗਾ। ਹੁਣ ਸੋਨਾ ਲੈਣ ਦੇ ਲਈ ਕੀ ਕਰਨਾ ਪਏਗਾ ਦੇਖਦੇ ਹਾਂ। ਇਸ ਕਰਕੇ ਕੋਈ ਸੋਨਾ ਬਹੁਤ ਦਾਨ ਕਰ ਲੈ, ਕੋਈ ਧਰਤੀ ਬਹੁਤ ਦਾਨ ਕਰ ਲੈ, ਕੋਈ ਹੋਰ ਅਨੇਕ ਤਰ੍ਹਾਂ ਦੇ ਸਾਧਨ ਕਰ ਲੈ। ਸਤਿਗੁਰੂ ਜੀ ਕਹਿੰਦੇ ਸਿਮਰਨ ਦੇ ਤੁਲ ਕੋਈ ਚੀਜ਼ ਨਹੀਂ ਹੈ। ਇਸ ਕਰਕੇ ਉਹ ਪ੍ਰਮਾਤਮਾ ਦੇ ਕਮਲ ਵਰਗੇ ਚਰਨਾਂ ਨਾਲ ਜੁੜ ਜਾਓ। ਦਿਨ ਰਾਤ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਓ। ਸਾਨੂੰ ਸਾਡੇ ਸਤਿਗੁਰੂ ਜੀ ਨੇ ਕੇਵਲ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਦਿੱਤਾ ਹੈ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲ ਰਾਮ ਜੀਓ। ਵਾਹਿਗੁਰੂ ਜੀ ਦੇ ਕਮਲ ਵਰਗੇ ਚਰਨਾਂ ਦਾ ਓਟ ਆਸਰਾ ਸਾਨੂੰ ਸਾਡੇ ਸਤਿਗੁਰੂ ਜੀ ਨੇ ਤਰੁੱਟ ਕੇ ਦਿੱਤਾ ਹੈ।
ਕਿਤੇ ਨਹੀਂ ਕਿਹਾ ਕਿ ਤੁਸੀਂ ਇੰਨੇ ਦਾਨ ਕਰੋਗੇ ਜਾਂ ਇੰਨੇ ਪਾਠ ਕਰੋਗੇ ਤੇ ਰੱਬ ਮਿਲੇਗਾ। ਤੇ ਹੁਣ ਸਾਡੇ ਸਮਾਜ ਵਿੱਚ ਵੀ ਇਹੋ ਜਿਹੇ ਲੋਕ ਨੇ ਮੇਰੇ ਵਰਗੇ, ਇਹ ਸ਼ਬਦ ਪੜੋਗੇ ਤੇ ਇਹ ਕੁਝ ਹੋ ਜਾਏਗਾ, ਇੰਨੇ ਥਾਵਾਂ ਤੇ ਜਾ ਕੇ ਮੱਥੇ ਟੇਕੋਗੇ ਇਹ ਕੁਝ, ਇੰਨੇ ਸਰੋਵਰਾਂ ਚ ਨਹਾ ਲੋਗੇ ਤੇ ਇਹ ਕੁਝ ਹੋ ਜਾਏਗਾ। ਇਹ ਕੁਝ ਸਾਨੂੰ ਵੀ ਦੱਸਿਆ ਜਾ ਰਿਹਾ। ਕੌਣ ਦੱਸਦੇ ਨੇ? ਜਿਨ੍ਹਾਂ ਦੀ ਬਿਰਤੀ ਉਹੀ ਹੈ ਕਿ ਮਨੁੱਖ ਗੁਰਬਾਣੀ ਦਾ ਗਿਆਨ ਨਾ ਪ੍ਰਾਪਤ ਕਰ ਲੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਜਿਹੜੀ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕਰਦੀ ਹੈ, ਜਿਹੜੀ ਮਨੁੱਖ ਨੂੰ ਦੁੱਖਾਂ ਤੋਂ ਮੁਕਤ ਕਰਦੀ ਹੈ, ਜਿਹੜੀ ਮਨੁੱਖ ਦੇ ਸੁੱਖਾਂ ਦਾ ਘਰ ਹੈ, ਉਹ ਗੁਰਬਾਣੀ ਪੜਾਂਗੇ ਤੇ ਪਤਾ ਤੇ ਤਾਂ ਸਾਨੂੰ ਲੱਗੇਗਾ ਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨਾ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਜੋੜ, ਕੋਈ ਚੀਜ਼ ਵਾਹਿਗੁਰੂ ਜੀ ਦੇ ਨਾਮ ਤੁਲ ਨਹੀਂ ਹੈ। ਬਾਬਾ ਨਾਮਦੇਵ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ। ਕੋਈ ਬੰਦਾ ਬਨਾਰਸ ਜਾ ਕੇ ਤਪ ਕਰੇ, ਕਿਉਂਕਿ ਗਿਣਿਆ ਗਿਆ ਕਿ ਬਨਾਰਸ ਵਿੱਚ ਜਾ ਕੇ ਉਹ ਸ਼ਿਵ ਜੀ ਦੀ ਨਗਰੀ ਹੈ, ਉੱਥੇ ਜਾ ਕੇ ਜਿਹੜਾ ਮਰੇਗਾ ਉਹ ਤੇ ਸਿੱਧਾ ਹੀ ਸ਼ਿਵਪੁਰੀ ਨੂੰ ਜਾਏਗਾ। ਸਿੱਧਾ ਹੀ ਕੰਮ ਜੋ ਮਰਜ਼ੀ ਕਰਦਾ ਹੋਏ ਬਸ ਉੱਥੇ ਜਾ ਕੇ ਮਰ ਜਾਏ। ਤੇ ਕਈ ਲੋਕਾਂ ਨੂੰ ਮਰਨ ਤੋਂ ਬਾਅਦ ਉੱਥੇ ਲਿਜਾਇਆ ਜਾਂਦਾ ਕਿ ਚੱਲ ਜੀਂਦੇ ਜੀ ਨਹੀਂ ਗਿਆ ਤੇ ਮਰਨ ਤੋਂ ਬਾਅਦ ਸ਼ਾਇਦ ਰਸਤਾ ਮਿਲ ਜਾਏ। ਮਰਨ ਤੋਂ ਬਾਅਦ ਹਰਿਦੁਆਰ ਉਹਦੀਆਂ ਅਸਥੀਆਂ ਲਿਜਾਈਆਂ ਜਾਂਦੀਆਂ ਨੇ, ਅਸੀਂ ਕੀਰਤਪੁਰ ਲਿਜਾਣੀਆਂ ਸ਼ੁਰੂ ਕਰਤੀਆਂ, ਸ਼ਾਇਦ ਇੱਥੋਂ ਦੀ ਦਰਵਾਜ਼ਾ ਖੁੱਲ ਜਾਏਗਾ। ਮਰਨ ਤੋਂ ਬਾਅਦ ਜਿਉਂਦੇ ਜੀ ਰੱਬ ਦੀ ਕੀਰਤੀ ਕੀਤੀ ਹੈ ਜਾਂ ਨਹੀਂ ਕੀਤੀ? ਜਿਉਂਦੇ ਜੀ ਰੱਬ ਦੀ ਕੀਰਤੀ ਸੁਣੀ ਹੈ ਜਾਂ ਨਹੀਂ ਸੁਣੀ? ਲੇਕਿਨ ਕੀਰਤਪੁਰ ਲੈ ਜਾਓ, ਸ਼ਾਇਦ ਰੱਬ ਨੂੰ ਮਿਲ ਜਾਏਗਾ, ਉਹਦੀ ਮੁਕਤੀ ਹੋ ਜਾਏਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਬਾਬਾ ਨਾਮਦੇਵ ਸਾਹਿਬ ਜੀ ਕਹਿੰਦੇ ਨੇ ਬਨਾਰਸੀ ਤਪ ਕਰੈ। ਕੋਈ ਬੰਦਾ ਬਨਾਰਸ ਵਿੱਚ ਜਾ ਕੇ ਤਪ ਕਰੇ, ਉਲਟ ਤੀਰਥ ਮਰੈ, ਉਲਟਾ ਲਟਕ ਜੇ ਉੱਥੇ ਜਾ ਕੇ, ਉਲਟਾ ਲਟਕ ਕੇ ਫਿਰ ਮਰ ਜਾਏ ਉੱਥੇ ਜਾ ਕੇ। ਅਗਨ ਦਹੈ ਕਾਇਆ ਕਲਪ ਕੀਜੈ। ਕੋਈ ਬੰਦਾ ਅੱਗ ਵਿੱਚ ਸੜ ਜਾਏ ਉੱਥੇ ਜਾ ਕੇ, ਆਪਣੀ ਕਾਇਆ ਨੂੰ ਅੱਗ ਵਿੱਚ ਸਾੜ ਦੇਵੇ। ਸਤਿਗੁਰੂ ਜੀ ਦਾ ਬਚਨ ਕਿ ਨਿਮਖ ਨਿਮਖ ਕਰ ਸਰੀਰ ਘਟਾਵੈ ਤੋ ਪੀ ਹੋਮੈ ਮੈਲ ਨਾ ਜਾਵੇ। ਐ ਰਤੀ ਰਤੀ ਕਰਕੇ ਨਾ, ਇੱਕ ਤੇ ਹੁੰਦਾ ਸਿੱਧਾ ਅੱਗ ਛਾਲ ਮਾਰ ਦੇਣੀ, ਇਹ ਤੇ ਕੋਈ ਚਲੋ ਮਨ ਨੂੰ ਤਗੜਿਆਂ ਜਿਹਾ ਕਰਕੇ ਛਾਲ ਮਾਰ ਦੇਗਾ, ਕਿ ਖੁਦਕਸ਼ੀ ਵੀ ਕਰ ਲੈਂਦੇ ਨੇ ਕੋਈ ਇਸ ਤਰੀਕੇ ਨਾਲ। ਸਤਿਗੁਰੂ ਜੀ ਕਹਿੰਦੇ ਨੇ ਇਹ ਵੀ ਨਹੀਂ, ਨਿਮਖ ਨਿਮਖ ਕਰ ਥੋੜਾ ਥੋੜਾ ਕੱਟ ਕੇ ਅੱਗ 'ਚ ਆਪਣੇ ਆਪ ਨੂੰ ਸਾੜ ਦੇਵੇ, ਇੰਨਾ ਕਰੇ ਕੋ ਬੰਦਾ ਤੋ ਪੀ ਹੋਮੈ ਮੈਲ ਨਾ ਜਾਵੇ। ਅੰਦਰ ਜਿਹੜਾ ਅਹੰਕਾਰ ਬੈਠਾ ਹੋ ਤੇ ਇਦਾਂ ਨਹੀਂ ਜਾਣਾ। ਹੰਕਾਰ ਕਰਕੇ ਅਸੀਂ ਦੁਖੀ, ਹੰਕਾਰ ਕਰਕੇ ਰੱਬ ਤੋਂ ਦੂਰ। ਕੋਈ ਵੀ ਧਰਮ ਕਰਨ ਦਾ ਮਕਸਦ ਤੇ ਰੱਬ ਨੂੰ ਮਿਲਣਾ ਹੈ ਨਾ। ਭਾਵੇਂ ਕੋਈ ਧਰਮ ਗ੍ਰੰਥ ਪੜ੍ਹਦਾ ਹੈ, ਭਾਵੇਂ ਤੀਰਥਾਂ ਤੇ ਜਾਂਦਾ ਹੈ, ਭਾਵੇਂ ਯੋਗ ਤਪ ਕਰਦਾ ਹੈ, ਭਾਵੇਂ ਦਾਨ ਕਰਦਾ ਹੈ, ਭਾਵੇਂ ਕੁਝ ਵੀ ਕਰਦਾ ਹੈ, ਭਾਵੇਂ ਉਹ ਜੰਗਲਾਂ 'ਚ ਬੈਠਾ ਹੈ ਤੇ ਰੱਬ ਤੇ ਲੀਨਾ ਕਿ ਰੱਬ ਨੂੰ ਮਿਲਿਆ ਜਾਏਗਾ, ਰੱਬ ਲਈ ਬੰਦਾ ਕਰਦਾ ਹੈ। ਲੇਕਿਨ ਸਤਿਗੁਰੂ ਜੀ ਕਹਿੰਦੇ ਰੱਬ ਨਾਲ ਜੁੜਨ ਦਾ ਸਬੰਧ ਤੇ ਸੀ ਕਿ ਹੰਕਾਰ ਤੋਂ ਮੁਕਤ ਹੋਈਏ। ਤੇ ਸਤਿਗੁਰੂ ਜੀ ਕਹਿੰਦੇ ਤੋਪੀ ਹੋਮੇ ਮੈਲ ਨਾ ਜਾਵੇ। ਇਹਨਾਂ ਸਾਧਨਾਂ ਦੇ ਰਾਹੀਂ ਅੰਦਰੋਂ ਅਹੰਕਾਰ ਨਹੀਂ ਮਿਟਣਾ। ਹੰਕਾਰ ਨੂੰ ਮਿਟਣ ਦਾ ਤਰੀਕਾ ਹੈ ਸਰਬ ਧਰਮੈ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ। ਸਾਰੇ ਕੰਮਾਂ ਤੋਂ ਮਹਾਨ ਕੰਮ ਧਰਮ ਜਿਹੜਾ ਉਹ ਹੈ ਪ੍ਰਮਾਤਮਾ ਦਾ ਸਿਮਰਨ ਕਰਨਾ, ਪ੍ਰਭੂ ਦੀ ਬੰਦਗੀ ਕਰਨਾ, ਤੇ ਫਿਰ ਨਿਰਮਲ ਕਰਮ ਕਰਨੇ, ਉੱਤਮ ਕਰਮ ਕਰਨੇ, ਮਨੁੱਖਤਾ ਦੀ ਸੇਵਾ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦਿਆ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾ, ਵਾਹਿਗੁਰੂ ਜੀ ਦੇ ਪਿਆਰ ਜੁੜ ਜਾ। ਰਹਾਓ ਚਾਰ ਵੇਦ ਜਿਹਵਾ ਭਨੇ। ਕੋਈ ਬੰਦਾ ਚਾਰ ਵੇਦ ਮੁਖ ਤੋਂ ਜ਼ੁਬਾਨੀ ਯਾਦ ਕਰ ਲੈ, ਬੜੀ ਵੱਡੀ ਗੱਲ ਹੈ। ਜ਼ੁਬਾਨੀ ਕੰਠ ਹੋ ਜਾਣਾ। ਬਹੁਤੇ ਤਾਂ ਲੋਕਾਂ ਨੂੰ ਚਾਰ ਵੇਦਾਂ ਦੇ ਨਾਮਾਂ ਦਾ ਨਹੀਂ ਪਤਾ। ਪਹਿਲੀ ਗੱਲ, ਜੇ ਚਾਰ ਵੇਦਾਂ ਦੇ ਨਾਮਾਂ ਦਾ ਪਤਾ ਹੋਏਗਾ ਉਹਨਾਂ ਨੇ ਵੇਦ ਦੇਖੇ ਹੀ ਨਹੀਂ ਹੋਣਗੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜੇ ਵੇਦ ਦੇ ਕਿੰਨੇ ਅਧਿਆਇ ਨੇ, ਕਿੰਨੇ ਅੰਕ ਨੇ, ਕਿਹਦੇ ਵਿੱਚ ਕੀ ਕਿਹਾ ਗਿਆ। ਬਹੁਤਾਂਤ ਲੋਕਾਂ ਨੂੰ ਨਹੀਂ ਪਤਾ। ਚਾਰ ਵੇਦਾਂ ਦੀ ਗੱਲ ਕੀਤੀ ਜਾਂਦੀ ਪਰ ਪਤਾ ਹੀ ਨਹੀਂ ਹੈ। ਸਾਡੇ 'ਚ ਵੀ ਬਹੁਤ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਨੇ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਹੈ, ਕਿੰਨੇ ਭਗਤਾਂ ਦੀ ਬਾਣੀ ਹੈ, ਕਿੰਨੇ ਸਿੱਖਾਂ ਦੀ ਬਾਣੀ ਹੈ, ਕਿੰਨੇ ਰਾਗਾਂ 'ਚ ਬਾਣੀ ਹੈ, ਕਿੰਨੀਆਂ ਬਾਣੀਆਂ ਨੇ, ਕਿੰਨੇ ਅੰਕ ਨੇ, ਇਹ ਤੇ ਵਿਰਲੇ ਵਿਰਲੇ ਨੂੰ ਪਤਾ ਹੈ ਨਾ। ਤੇ ਹੁਣ ਕਿਸ ਬੰਦੇ ਨੂੰ ਜੇ ਚਾਰੇ ਵੇਦ ਜ਼ੁਬਾਨੀ ਯਾਦ ਹੋਣ। ਸਤਿਗੁਰੂ ਜੀ ਦੇ ਕਹਿੰਦੇ ਸ਼ਾਸਤਰ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ। ਮੁਖਾਗਰ ਦਾ ਅਰਥ ਹੈ ਕਿ ਕੰਠ ਹੋਣ, ਉਹਨੂੰ ਜ਼ੁਬਾਨੀ ਯਾਦ ਹੋ। ਤਪੇ ਤਪੀ ਸਰਜੋਗੀਆਂ ਤੀਰਥ ਨਾਏ ਕਰੇ। ਕੋਈ ਬੰਦਾ ਤਪੀਸਰਾਂ 'ਚ ਬੈਠ ਜਾਏ, ਚਾਰੇ ਵੇਦ ਕੰਠ ਕਰ ਲਏ, ਬੜੇ ਤੀਰਥਾਂ ਤੇ ਨਹਾਏ, ਸਭ ਕੁਝ ਕਰ ਲਏ। ਸਤਿਗੁਰੂ ਜੀ ਕਹਿੰਦੇ ਨੇ ਜੇ ਉਹ ਵਾਹਿਗੁਰੂ ਜੀ ਦੇ ਪਿਆਰ 'ਚ ਨਾ ਜੁੜਿਆ
ਤਪੇ ਤਪੀਸਰ ਜੋਗੀਆਂ ਤੀਰਥ ਨ ਕਰਤਾ ਨਹਾਏ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਭਾਵੇਂ ਉਹਨੂੰ ਸਾਰੇ ਧਰਮ ਗ੍ਰੰਥ ਜ਼ਬਾਨੀ ਮੀਂਹ ਕਿਉਂ ਅੰਠ ਕਿਉਂ ਨਾ ਹੋਣ, ਭਾਵੇਂ ਉਹ ਜਿੰਨੇ ਮਰਜ਼ੀ ਸਾਧਨ ਕਿਉਂ ਨਾ ਕਰਦਾ ਹੋਏ, ਜੇ ਉਹਦੇ ਅੰਦਰ ਪ੍ਰਭੂ ਚਰਨਾਂ ਦਾ ਪਿਆਰ ਨਹੀਂ ਹੈ ਤੇ ਫਿਰ ਉਹ ਯਕੀਨਨ ਨਰਕਾਂ 'ਚ ਜਾਏਗਾ। ਯਕੀਨਨ ਭਾਵੇਂ ਉਹਨੂੰ ਸਾਰੇ ਕੁਝ ਯਾਦ ਵੀ ਜ਼ਬਾਨੀ ਕਿਉਂ ਨਹੀਂ, ਜੇ ਅੰਦਰ ਪ੍ਰਮਾਤਮਾ ਦਾ ਪਿਆਰ ਹੀ ਨਹੀਂ ਹੈ, ਹੰਕਾਰ ਹੀ ਬੈਠਾ ਹੋਇਆ ਕਿ ਮੈਨੂੰ ਬਹੁਤ ਕੁਝ ਯਾਦ ਹੈ, ਮੈਂ ਬੜਾ ਵਿਦਵਾਨ। ਵਿਦਵਾਨ ਤਾਂ ਰਾਵਣ ਵੀ ਬੜਾ ਸੀ, ਕਹਿੰਦੇ ਨੇ ਉਹ ਵੀ ਵੇਦਾਂ ਦਾ ਗਿਆਤਾ ਸੀ, ਬਹੁਤ ਵੱਡਾ ਵਿਦਵਾਨ ਸੀ। ਪਰ ਅਹੰਕਾਰ ਜਿਹੜੇ ਨਾ, ਅਹੰਕਾਰ ਇਹ ਬੜਾ ਖਤਰਨਾਕ ਹੈ। ਸਤਿਗੁਰੂ ਸਾਹਿਬ ਜੀ ਨੇ ਗਿਣਤੀ ਕੀਤੀ ਕਿਹੜਾ ਕਿਹੜਾ ਹੰਕਾਰ ਚ ਆ ਕੇ ਤਬਾਹ ਹੋ ਗਿਆ। ਵੱਡੇ ਵੱਡੇ ਜਿਹੜੇ ਨੇ ਹੰਕਾਰ ਚ ਆ ਕੇ ਚਲੇ ਗਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਸਤਿਗੁਰੂ ਜੀ ਕਹਿੰਦੇ ਬੰਦਿਆ ਚਾਰ ਵੇਦ ਜਿਹਵਾ ਭਨੇ, ਤੂੰ ਚਾਰੇ ਵੇਦ ਜਿਹੜੇ ਨਾ ਜ਼ੁਬਾਨੀ ਭਾਵੇਂ ਉਚਾਰਨ ਕਰੀ ਜਾ, ਤੈਨੂੰ ਜ਼ੁਬਾਨੀ ਯਾਦ ਹੋਣ। 10 ਅਸ਼ਟ ਖਸ਼ਟ ਸਰਵਨ ਸੁਨੇ, 10 ਅਸ਼ਟ ਦਾ ਅਰਥ ਹੈ 18 ਜਿਹੜੀਆਂ ਸਿਮਰਤੀਆਂ ਨੇ, 6 ਜਿਹੜੇ ਸ਼ਾਸਤਰ ਨੇ, ਇਹ ਤੂੰ ਸਾਰੇ ਸੁਣੇ ਵੀ ਹੋਣ, ਤੈਨੂੰ ਜ਼ੁਬਾਨੀ ਯਾਦ ਵੀ ਹੋਣ, ਚਾਰੇ ਵੇਦ ਵੀ ਤੈਨੂੰ ਜ਼ੁਬਾਨੀ ਯਾਦ ਹੋਣ। ਨਹੀਂ ਤੁਲ ਗੋਬਿੰਦ ਨਾਮ ਧੁਨੇ। ਪਰ ਇਹ ਗੱਲ ਚੇਤੇ ਰੱਖੀ, ਜੋ ਪਰਮਾਤਮਾ ਦੇ ਪਿਆਰ ਦੀ ਲਗਨ ਹੈ ਨਾ, ਇਹ ਸਾਰੀਆਂ ਚੀਜ਼ਾਂ ਉਹਦੇ ਬਰਾਬਰ ਨਹੀਂ ਹੈ। ਪਰਮਾਤਮਾ ਦੇ ਪਿਆਰ ਨਾਲ ਜੇ ਤੁਹਾਡੀ ਸੁਰਤ ਜੁੜ ਗਈ, ਤੂੰ ਵਾਹਿਗੁਰੂ ਜੀ ਦੇ ਪਿਆਰ ਜੁੜ ਗਿਆ, ਤੇ ਕੋਈ ਵੇਦਾਂ ਦਾ ਗਿਆਤਾ ਜਾਂ ਜਿਹਨੂੰ ਯਾਦ ਹੋਣ, ਦੇਖੋ ਵੇਦ ਯਾਦ ਹੋਣਾ ਚੰਗੀ ਗੱਲ ਹੈ, ਪਰ ਵੇਦਾਂ ਮੈਂ ਨਾਮ ਤੁਮ ਸੋ ਸੁਣੇ ਨਹੀਂ ਫਿਰ ਜੋ ਬੇਤਾਲਿਆ। ਜੇ ਧਰਮ ਗ੍ਰੰਥ ਸਾਨੂੰ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦੀ ਗੱਲ ਕਰਦੇ, ਨਾਮ ਜਪਣ ਦੀ ਪ੍ਰੇਰਣਾ ਕਰਦੇ ਨੇ, ਹੁਣ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੇ ਨਹੀਂ ਤੇ ਉਹ ਯਾਦ ਕਰਨ ਦਾ ਅਰਥ ਕੀ ਹੈ? ਵਾਹਿਗੁਰੂ ਜੀ ਦੇ ਪਿਆਰ ਜੁੜੇ ਨਹੀਂ, ਚਲੋ ਕੱਲੀ ਵੇਦਾਂ ਦੀ ਗੱਲ ਨਹੀਂ। ਕੋਈ ਕਹੇ ਮੈਨੂੰ ਗੁਰਬਾਣੀ ਯਾਦ ਹੈ, ਬਹੁਤ ਚੰਗੀ ਗੱਲ ਹੈ, ਕੋਈ ਭਾਗਮ ਵਾਲਾ ਹੈ ਜਿਹਨੂੰ ਪਈ ਧਰਮ ਗ੍ਰੰਥ ਯਾਦ ਨੇ, ਪਰ ਜੋ ਗੁਰਬਾਣੀ ਕਹਿੰਦੀ ਹੈ ਉਹ ਮੈਂ ਕੀਤਾ ਹੀ ਨਹੀਂ। ਗੁਰਬਾਣੀ ਕਹਿੰਦੀ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੋ, ਗੁਰ ਸਤਿਗੁਰ ਕਾ ਜੋ ਸਿੱਖਾ ਖਾਏ ਸੋ ਭਲ ਕੇ ਉਠਾਰ ਨਾਮ ਤੇ ਆਵੇ। ਮੈਂ ਉੱਠਿਆ ਹੀ ਨਹੀਂ, ਪ੍ਰਮਾਤਮਾ ਨੂੰ ਚੇਤੇ ਹੀ ਕੀਤਾ। ਗੁਰਬਾਣੀ ਕਹਿੰਦੀ ਦੂਜਿਆਂ ਦਾ ਬੁਰਾ ਨਾ ਕਰੋ, ਗੁਰਬਾਣੀ ਕਹਿੰਦੀ ਸਰਬੱਤ ਦੇ ਭਲੇ ਦੀ ਗੱਲ ਕਰੋ, ਗੁਰਬਾਣੀ ਕਹਿੰਦੀ ਕਿਸੇ ਨਾਲ ਈਰਖਾ ਨਾ ਕਰੋ, ਕਿਸੇ ਦਾ ਬੁਰਾ ਨਾ ਸੋਚੋ। ਉਹ ਮੈਂ ਕਰਦਾ ਹੀ ਨਹੀਂ ਆ ਤੇ ਮੈਂ ਕਹਾਂ ਜੀ ਮੈਨੂੰ ਬਾਣੀ ਬੜੀ ਯਾਦ ਹੈ। ਯਾਦ ਹੋਣਾ ਚੰਗੀ ਗੱਲ ਹੈ, ਪਰ ਜੋ ਕੁਝ ਗੁਰਬਾਣੀ ਚ ਹੈ ਉਹ ਵੀ ਯਾਦ ਹੈ ਕਿ ਨਹੀਂ ਹੈ, ਉਹ ਵੀ ਚੇਤੇ ਹੈ ਕਿ ਨਹੀਂ ਹੈ। ਮਸਲਾ ਤੇ ਇਹ ਹੈ, ਕਿਸੇ ਨੂੰ ਵੇਦ ਯਾਦ ਨੇ ਚੰਗੀ ਗੱਲ ਹੈ, ਲੇਕਿਨ ਵੇਦਾਂ ਨੇ ਜੋ ਗਿਆਨ ਦਿੱਤਾ ਉਹ ਵੀ ਚੇਤੇ ਹੈਗਾ ਕਿ ਨਹੀਂ ਹੈ। ਜੇ ਉਹ ਯਾਦ ਨਹੀਂ ਹੈ ਤੇ ਸਤਿਗੁਰੂ ਜੀ ਕਹਿੰਦੇ ਫਿਰ ਕੇ ਫਿਰ ਸਰ ਪਰ ਨਰਕੇ ਜਾਏ। ਕੀ ਹੋਏਗਾ? ਉਹ ਯਾਦ ਹੋਣ ਦਾ ਹੰਕਾਰ ਹੈ ਅੰਦਰ। ਜਿੱਥੇ ਹੰਕਾਰ ਹੋਏਗਾ ਤੇ ਬੰਦਾ ਨਰਕਾਂ ਤੋਂ ਬਚ ਨਹੀਂ ਸਕਦਾ, ਜਿੰਨਾ ਮਰਜ਼ੀ ਯਤਨ ਕਰ ਲੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੰਦਿਆ ਨਹੀਂ ਤੁਲ ਗੋਬਿੰਦ ਨਾਮ ਧੁਨੇ। ਪਰਮਾਤਮਾ ਦੀ ਜੋ ਲਗਨ ਹੈ ਮਨੁੱਖ ਦੇ ਹਿਰਦੇ 'ਚ, ਇਹਦੇ ਤੁਲ ਕੋਈ ਉਹ ਮਨੁੱਖ ਨਹੀਂ ਪਹੁੰਚ ਸਕਦਾ, ਭਾਵੇਂ ਕਿ ਮੈਨੂੰ ਧਰਮ ਗ੍ਰੰਥ ਜ਼ਬਾਨੀ ਯਾਦ ਨੇ। ਮਨ ਚਰਨ ਕਮਲ ਲਾਗੇ, ਉਹ ਮਨਾ ਤੂੰ ਵਾਹਿਗੁਰੂ ਜੀ ਦੇ ਕਮਲ ਵਰਗੇ ਚਰਨਾਂ ਨਾਲ ਜੁੜ ਜਾ, ਹੋਰ ਕਿਸੇ ਪਾਸੇ ਨਾ ਭਟਕ, ਕੇਵਲ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ। ਵਰਤ ਸੰਧ ਸੋਚ ਚਾਰ। ਰੱਬ ਨੂੰ ਮਿਲਣ ਦੇ ਲਈ ਬੜੇ ਉਪਾਅ ਦੱਸੇ ਗਏ, ਸਾਧਨ ਦੱਸੇ ਗਏ। ਇੱਕ ਇਹ ਵੀ ਦੱਸਿਆ ਗਿਆ ਕਿ ਵਰਤ ਰੱਖੋ। ਵਰਤ ਵੀ ਵੱਖਰੇ ਵੱਖਰੇ ਰੱਖੇ ਨੇ। ਕੋਈ ਮੰਗਲਵਾਰ ਦਾ ਵਰਤ ਹੈ, ਕਿਸੇ ਦਾ ਪਤਾ ਨਹੀਂ ਕਿੰਨੇ ਕੁ ਵਰਤ ਨੇ, ਕੋਈ 10ਵੀਂ ਦਾ ਵਰਤ ਹੈ, ਕੋਈ ਕਰਵਾ ਚੌਥ ਦਾ ਵਰਤ ਰੱਖਦਾ, ਕਿੰਨੇ ਕੁ ਵਰਤ ਰੱਖੇ ਗਏ ਨੇ। ਇਹਨਾਂ ਨੂੰ ਧਰਮ ਕਰਮ ਗਿਣਿਆ ਜਾਂਦਾ। ਦੇਖੋ ਸਰੀਰਕ ਤੰਦਰੁਸਤੀ ਦੇ ਲਈ ਘੱਟ ਖਾਣਾ ਜਾਂ ਇੱਕ ਦਿਨ ਨਾ ਖਾਣਾ ਇਹ ਤੇ ਬਹੁਤ ਚੰਗੀ ਗੱਲ ਹੈ, ਪਰ ਕੋਈ ਕਹੇ ਕਿ ਮੈਂ ਕਿਸੇ ਖਾਸ ਦਿਨ ਭੁੱਖਾ ਰਵਾਂਗਾ ਤੇ ਮੈਨੂੰ ਰੱਬ ਮਿਲ ਜਾਏਗਾ, ਇਹਦੇ ਨਾਲ ਤੇ ਰੱਬ ਦਾ ਕੋਈ ਸੰਬੰਧ ਨਹੀਂ ਹੈ। ਸਤਿਗੁਰੂ ਜੀ ਨੇ ਬਾਣੀ 'ਚ ਇੱਕ ਗੱਲ ਕਹੀ ਹੈ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ। ਜਿਹੜਾ ਬੰਦਾ ਅੰਨ ਛੱਡ ਕੇ ਰੱਬ ਨੂੰ ਮਿਲਣਾ ਚਾਹੁੰਦਾ, ਉਹਨੇ ਤੇ ਆਪਣੀ ਜ਼ਿੰਦਗੀ ਦਾ ਸਵਾਦ ਹੀ ਗਵਾ ਦਿੱਤਾ, ਜ਼ਿੰਦਗੀ ਦਾ ਰਸ ਖਤਮ ਹੋ ਗਿਆ। ਜਿਉਂਦੇ ਰਹਿਣ ਲਈ ਭੋਜਨ ਜ਼ਰੂਰੀ ਹੈ, ਸਰੀਰ ਦੀ ਖੁਰਾਕ ਇਹਨੂੰ ਚਾਹੀਦੀ ਹੈ, ਉਹ ਕਿਸ ਤਰ੍ਹਾਂ ਮਿਲੇ ਜਿਉਂਦੇ ਰਹਿਣ ਲਈ। ਪਰ ਇਹ ਕਹਿਣਾ ਕਿ ਮੈਂ ਹੁਣ ਰੋਟੀ ਪਾਣੀ ਛੱਡ ਦੇਣਾ, ਮੈਨੂੰ ਰੱਬ ਮਿਲ ਜਾਏਗਾ, ਛੱਡ ਦੇ ਬਈ। ਰੱਬ ਨੇ ਤੇ ਤੈਨੂੰ ਖਾਣ ਪੀਣ ਲਈ ਬਹੁਤ ਕੁਝ ਬਣਾਇਆ ਧਰਤੀ ਤੇ,
ਤੂੰ ਛੱਡਣਾ ਤੇ ਛੱਡ ਦੇ। ਜੇ ਅੰਨ ਨਾ ਖਾ ਕੇ ਰੱਬ ਮਿਲਦਾ ਹੈ ਤੇ ਰੋਗੀ ਬੰਦਾ ਖਾਂਦਾ ਹੀ ਨਹੀਂ, ਉਹ ਕੀ ਰੱਬ ਨੂੰ ਮਿਲ ਜਾਂਦਾ? ਕੋਈ ਬੰਦਾ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹੈ, ਉਹ ਰੋਟੀ ਨਹੀਂ ਖਾਂਦਾ, ਫਿਰ ਤੇ ਉਹਨੂੰ ਰੱਬ ਮਿਲ ਜਾਣਾ ਚਾਹੀਦਾ। ਜੇ ਨੰਗੇ ਪੈਰੀ ਫਿਰਿਆ ਰੱਬ ਮਿਲਦਾ ਹੈ ਤੇ ਜੰਗਲਾਂ 'ਚ ਪਸ਼ੂ ਤਾਂ ਉਦਾਂ ਹੀ ਤੁਰੇ ਫਿਰਦੇ ਨੇ। ਜੇ ਸਰੀਰ ਤੋਂ ਕੱਪੜੇ ਉਤਾਰਿਆ ਰੱਬ ਮਿਲਦਾ ਹੈ ਤੇ ਜੰਗਲਾਂ ਦੇ ਪਸ਼ੂ ਤੇ ਉਦਾਂ ਹੀ ਤੁਰੇ ਫਿਰਦੇ। ਉਹ ਤੇ ਰੱਬ ਦੇ ਨੇੜੇ ਹੋਣੇ ਚਾਹੀਦੇ ਨੇ, ਰੱਬ ਉਹਨਾਂ ਨੂੰ ਮਿਲਣਾ ਚਾਹੀਦਾ। ਫਿਰ ਆਪਾਂ ਕਿਉਂ ਉਹਨਾਂ ਨੂੰ ਮਾੜਾ ਕਹਿੰਦੇ ਆ? ਇਹਨਾਂ ਚੀਜ਼ਾਂ ਨਾਲ ਰੱਬ ਦਾ ਕੋਈ ਸੰਬੰਧ ਨਹੀਂ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹਨਾਂ ਸਾਰੇ ਮਨਮਤ ਦੇ ਕਰਮਾਂ ਤੋਂ ਮੁਕਤ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਜਿੰਨੇ ਵੱਡੇ ਪੱਧਰ ਤੇ ਸਤਿਗੁਰੂ ਜੀ ਨੇ ਵਰਜਿਆ, ਮੇਰੇ ਵਰਗੇ ਅਖੌਤੀ ਬੰਦੇ ਹੋਰ ਅੱਗੇ ਵਧ ਗਏ, ਉਹਨੇ ਜ਼ਿਆਦਾ। ਫਲਾਣੇ ਬਾਬਾ ਜੀ, ਫਲਾਣੇ ਥਾਂ ਵਾਲੇ ਮੋਨੀ ਬਾਬਾ ਜੀ ਨੇ, ਉਹਨੇ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਮੋਨੀ ਨੂੰ ਮਾਣ ਕੋਈ ਨਹੀਂ ਦਿੱਤਾ, ਸਿੱਖ ਮੋਨੀਆਂ ਨੂੰ ਮੱਥੇ ਟੇਕਦਾ ਫਿਰਦਾ। ਗੁਰਬਾਣੀ ਗੱਜ ਕੇ ਕਹਿੰਦੀ ਮੋਨ ਵਿਗੁੱਤਾ ਕਿਉਂ ਜਾਗੇ ਗੁਰ ਬਿਨ ਸੁੱਤਾ। ਉਹ ਮੋਨੀ ਬੰਦਾ ਬੜੇ ਵਿਗੋਚੇ ਚ ਹੈ, ਗੁਰੂ ਤੋਂ ਬਿਨਾਂ ਨਹੀਂ ਉਹ ਜਾਗ ਸਕਦਾ। ਮਨ ਤਾਂ ਮੋਨੀ ਹੋ ਨਹੀਂ ਸਕਦਾ, ਮੁਖ ਤੋਂ ਬਾਹਰੇ ਆਪਣੇ ਆਪ ਨੂੰ ਮੋਨੀ ਕੋ ਕਹਾ ਲੇ, ਉਹ ਰੱਬ ਨੂੰ ਥੋੜਾ ਮਿਲ ਗਿਆ। ਗੁਰੂ ਦੀ ਹਜ਼ੂਰੀ ਚ ਅਸੀਂ ਕਿੰਨੇ ਅਗਿਆਨਤਾ ਦੇ ਕਰਮ ਕਰਦੇ ਹਾਂ ਜੀ। ਫਲਾਣੇ ਥਾਂ ਤੇ ਨੰਗੇ ਪੈਰੀ ਜਾਣਾ ਜੀ ਅਸੀਂ, ਚਲੋ ਜਾਓ, ਜੇ ਜੋੜਾ ਜਾੜਾ ਨਹੀਂ ਹੈ ਤੇ ਕੋਈ ਗੱਲ ਨਹੀਂ ਹੈ। ਜੇ ਰੱਬ ਨੇ ਦਿੱਤਾ ਤੇ ਫਿਰ ਚਿੱਕੜ ਚੋਂ ਨੰਗੇ ਪੈਰੀ ਜਾਣ ਦੀ ਕੀ ਲੋੜ ਹੈ? ਪੱਗ ਉੱਪੇ ਤਾਣਾ, ਆਪਣਾ ਕੀਆ ਕਮਾਣਾ। ਪੈਰੋਂ ਨੰਗੇ ਪੈਰੀ ਤੁਰੋਗੇ ਤੇ ਫਿਰ ਆਪਣਾ ਕੀਤਾ ਹੀ ਕਮਾਓਗੇ। ਕਿਤੇ ਠੰਡ ਲੱਗ ਗਈ, ਕਿਤੇ ਗਰਮੀ ਲੱਗ ਗਈ, ਕਿਸੇ ਪੈਰ 'ਚ ਹੋਰ ਕੋਈ ਚੀਜ਼ ਲੱਗ ਗਈ, ਬਿਮਾਰੀ ਲੱਗ ਗਈ, ਆਪਣਾ ਕੀਤਾ ਕਮਾਣਾ। ਰੱਬ ਨੇ ਤੇ ਇਹ ਸਾਧਨ ਦਿੱਤੇ ਨੇ ਸਾਨੂੰ। ਹੁਣ ਜਿਹੜੇ ਕਹਿੰਦੇ ਜੀ ਨੰਗੇ ਪੈਰੀ ਗਿਆਨ ਰੱਬ ਮਿਲਦਾ, ਦੇਖੋ ਰੱਬ ਨੇ ਅੱਖੀਆਂ ਦਿੱਤੀਆਂ, ਰੱਬ ਦੀਆਂ ਵੀ ਬੰਦ ਕਰ ਦਿਓ, ਫਿਰ ਇਹ ਵੀ ਛੱਡ ਦਿਓ ਕਿ ਅੱਖਾਂ ਦੀ ਲੋੜ ਨਹੀਂ ਹੈ। ਰੱਬ ਨੇ ਕੰਨ ਦਿੱਤੇ, ਇਹ ਵੀ ਬੰਦ ਕਰ ਦਿਓ ਵੀ ਲੋੜ ਨਹੀਂ ਹੈ ਇਹਨਾਂ ਦੀ। ਰੱਬ ਨੇ ਧਰਤੀ ਬਣਾਈ, ਕਹੋ ਜੀ ਧਰਤੀ ਤੇ ਨਹੀਂ ਰਹਿਣਾ, ਰੱਬ ਨੂੰ ਮਿਲਣਾ, ਧਰਤੀ ਛੱਡ ਦਿਓ ਫਿਰ। ਇਹ ਗੱਲਾਂ ਗੁਰਮਤ ਨਹੀਂ ਪ੍ਰਵਾਨ ਕਰਦੀ। ਗੁਰਬਾਣੀ ਕਹਿੰਦੀ ਹੈ ਵਾਹਿਗੁਰੂ ਜੀ ਦੇ ਸਿਮਰਨ ਜੁੜੋ, ਗੁਰੂ ਕੇ ਗਿਆਨ ਨਾਲ ਜੁੜੋ। ਜਿੱਥੇ ਸਤਿਗੁਰੂ ਜੀ ਨੇ ਗੱਲ ਕਹੀ ਹੈ ਨਾ, ਅੰਨ ਨਾ ਖਾਇਆ ਸਾਧ ਗਵਾਇਆ, ਬੋਧਕ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੇ ਅਹਨਸ ਕਹਿਰੇ, ਮੋਨ ਵਿਗੁੱਤਾ ਕਿਉਂ ਜਾਗੇ ਗੁਰਮਤਿ ਸੁੱਤਾ। ਪਗੋਪੇ ਥਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਬਿਨ ਨਾਮੈ ਕਿਸ ਥਾਈ ਨਾ ਪਾਈ। ਸਤਿਗੁਰੂ ਜੀ ਨੇ ਮੂਰਖ ਵੀ ਕਿਹਾ ਤੇ ਅੰਨੇ ਵੀ ਕਿਹਾ, ਜਿਹੜੇ ਸਰੀਰ ਤੇ ਸੁਆਹ ਪਾ ਕੇ ਜਾਂ ਹੋਰ ਗੰਦਗੀ ਖਾ ਕੇ ਸੋਚਦੇ ਰੱਬ ਮਿਲ ਜਾਏਗਾ। ਸਤਿਗੁਰੂ ਜੀ ਕਹਿੰਦੇ ਆਪਣੀ ਇੱਜ਼ਤ ਆਪ ਹੀ ਗਵਾ ਰਹੇ ਨੇ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਚੀਜ਼ ਲੇਖੇ 'ਚ ਨਹੀਂ ਆਉਣੀ। ਲੇਖੇ 'ਚ ਤੇ ਇੱਕੋ ਹੀ ਗੱਲ ਆਉਣੀ ਹੈ ਕਿ ਆਪਾਂ ਇਸ ਧਰਤੀ ਤੇ ਰਹਿ ਕੇ ਰੱਬ ਵਰਗੇ ਕਿੰਨੇ ਕੁ ਬਣ ਗਏ, ਰੱਬ ਵਰਗੇ ਕੰਮ ਕਿੰਨੇ ਕੁ ਕੀਤੇ ਨੇ। ਸਾਨੂੰ ਰੱਬ ਨੇ ਆਪਣੇ ਬੱਚੇ ਬਣਾ ਕੇ ਭੇਜਿਆ, ਅਸੀਂ ਰੱਬ ਵਰਗੇ ਕੰਮ ਕਿੰਨੇ ਕੁ ਕੀਤੇ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ ਮਨਾ ਪਰਮਾਤਮਾ ਦੇ ਪਿਆਰ ਜੁੜ ਜਾ। ਇਹ ਕੋਈ ਚੀਜ਼ ਪਰਮਾਤਮਾ ਦੀ ਲਗਨ ਦੇ ਬਰਾਬਰ ਨਹੀਂ ਹੈ। ਵਰਤ ਸੰਦ ਸੋਚ ਚਾਰ, ਕੋਈ ਕਹੇ ਜੀ ਬੜੇ ਵਰਤ ਰੱਖਦਾ ਮੈਂ, ਕੋਈ ਸੰਧਿਆ ਕਰੇ ਸਵੇਰੇ ਸ਼ਾਮ, ਕੋਈ ਉੱਚੇ ਉੱਚੇ ਕਰਮ ਕਰੇ। ਸੋਚ ਚਾਰ, ਸੋਚ ਦਾ ਅਰਥ ਹੁੰਦਾ ਹੈ ਬਾਹਰੋਂ ਪਵਿੱਤਰਤਾ ਰੱਖਣੀ, ਬੜੀ ਸੋਚ ਸੰਜਮ ਰੱਖੇ। ਜੀ ਮੈਂ ਉੱਥੇ ਹੱਥ ਨਹੀਂ ਲਾਉਂਦਾ, ਮੈਂ ਉੱਥੇ ਨਹੀਂ ਲਾਉਂਦਾ, ਇੱਥੋਂ ਨਹੀਂ ਖਾਂਦਾ। ਸਰੀਰਕ ਤੰਦਰੁਸਤੀ ਲਈ ਆਪਣੇ ਆਪ ਤੇ ਕੰਟਰੋਲ ਕਰਨਾ ਬਹੁਤ ਚੰਗੀ ਗੱਲ ਹੈ। ਪਰ ਜੇਕਰ ਕੋਈ ਇਹ ਕਹੇ ਕਿ ਇੱਥੇ ਹੱਥ ਲਾਉਣ ਨਾਲ ਮੈਨੂੰ ਰੱਬ ਨਹੀਂ ਮਿਲਣਾ, ਇਦਾਂ ਕਰਾਂਗਾ ਤੇ ਰੱਬ ਮਿਲ ਜਾਏਗਾ, ਸੋਚ ਸੰਜਮ ਵਰਤਾਂਗਾ, ਸਤਿਗੁਰੂ ਜੀ ਕਹਿੰਦੇ ਨਹੀਂ, ਇਹਦੇ ਨਾਲ ਰੱਬ ਦਾ ਕੋਈ ਸੰਬੰਧ ਨਹੀਂ ਹੈ। ਕਿਰਿਆ ਕੁੰਟ ਨਿਰਾਹਾਰ, ਕਿਰਿਆ ਕੁੰਟ, ਕੁੰਟ ਦਾ ਅਰਥ ਹੁੰਦਾ ਦਿਸ਼ਾ। ਕੋਈ ਚਾਰੇ ਦਿਸ਼ਾਵਾਂ ਦੇ ਵਿੱਚ, 10 ਕੁੰਟਾਂ ਦੇ ਵਿੱਚ ਫਿਰਦਾ ਰਹੇ। ਕਿਉਂਕਿ ਕਈ ਲੋਕਾਂ ਦਾ ਇਹ ਖਿਆਲ ਹੈ ਕਿ ਘੁੰਮਿਆ ਰੱਬ ਮਿਲ ਜਾਏਗਾ। ਇੱਥੋਂ ਨਿਕਲੇ ਉੱਥੇ ਚਲੇ ਗਏ, ਇਹਨਾਂ ਤੀਰਥਾਂ ਦੇ ਚਲੇ ਗਏ, ਉੱਥੇ ਚਲੇ ਗਏ, ਤੇ ਕਈ ਕਹਿੰਦੇ ਲਓ ਜੀ ਅਸੀਂ ਇੰਨਾ ਸਫ਼ਰ ਕਰ ਲਿਆ, ਪੈਦਲ ਕਰ ਲਿਆ। ਉਹ ਤੁਹਾਡੀ ਆਪਣੀ ਚਲੋ ਸਮਰੱਥਾ ਕਰ ਲਿਆ, ਪਰ ਇਹਦੇ ਨਾਲ ਰੱਬ ਦਾ ਕੋਈ ਵਾਸਤਾ ਨਹੀਂ। ਸਤਿਗੁਰੂ ਜੀ ਕਹਿੰਦੇ ਨਿਰਾਹਾਰ, ਨਿਰਾਹਾਰ ਦਾ ਅਰਥ ਕਿ ਭੋਜਨ ਨਾ ਖਾਣਾ, ਆਹਾਰ ਨਾ ਕਰਨਾ। ਕੋਈ ਇਹ ਕਹੇ ਜੀ ਮੈਂ ਤੇ ਭੋਜਨ ਨਹੀਂ ਖਾਂਦਾ। ਅਸੀਂ ਬੜੀ ਚਰਚਾ ਸੁਣਦੇ, ਫਲਾਣੇ ਬਾਬਾ ਜੀ ਤੇ ਦਾਲ ਹੀ ਪੀਂਦੇ ਨੇ, ਫਲਾਣੇ ਬਾਬਾ ਜੀ ਤੇ ਰੋਟੀ ਖਾਂਦੇ ਹੀ ਨਹੀਂ, ਉਹ ਤੇ ਦੁੱਧ ਹੀ ਪੀਂਦੇ ਨੇ। ਜਿਹਨੂੰ ਦੁੱਧ ਮਿਲ ਜਾਏ ਉਹਨੂੰ ਹੁਣ ਰੋਟੀ ਦੀ ਕੀ ਲੋੜ ਹੈ ਜੀ? ਦੁੱਧ ਚ ਪਾ ਕੇ ਬਦਾਮ ਸਦਾਮ ਹੋਰ ਗਜਾ ਮਿਲ ਜਾਏ ਉਹਨੂੰ ਰੋਟੀ ਦੀ ਕੀ ਲੋੜ ਹੈ?
ਇਹਦੇ ਨਾਲ ਰੱਬ ਦਾ ਕੋਈ ਵਾਸਤਾ ਨਹੀਂ ਹੈ। ਠੀਕ ਹੈ, ਤੁਹਾਡੀ ਆਪਣੀ ਕੋਈ ਸਾਧਨ ਹੈ, ਉਹ ਆਪਣੀ ਵੱਖਰੀ ਗੱਲ ਹੈ, ਸਰੀਰਕ ਤੰਦਰੁਸਤੀ ਲਈ ਤੁਸੀਂ ਕੀ ਕਰਦੇ ਆ। ਪਰ ਸਤਿਗੁਰੂ ਜੀ ਕਹਿੰਦੇ ਕੋਈ ਨਿਰਾਹਾਰ ਹੋ ਜਾਏ, ਭੁੱਖਾ ਰਹੇ ਕਿ ਮੈਨੂੰ ਰੱਬ ਮਿਲ ਜਾਏਗਾ। ਅਪਰਸ ਕਰਤ ਪਾਕ ਸਾਰ, ਅਪਰਸ ਕਿਸੇ ਚੀਜ਼ ਨੂੰ ਛੂਹਣਾ ਨਹੀਂ ਹੈ। ਮੇਰੇ ਭਾਂਡੇ ਨੂੰ ਕੋਈ ਹੱਥ ਨਾ ਲਾਏ, ਮੇਰੇ ਕੱਪੜਿਆਂ ਨੂੰ ਕੋਈ ਹੱਥ ਨਾ ਲਾਏ, ਜਾਂ ਮੈਂ ਕਿਸੇ ਨੂੰ ਹੱਥ ਨਹੀਂ ਮਿਲਾਉਣਾ। ਦੇਖੋ ਸਰੀਰਕ ਤੰਦਰੁਸਤੀ ਲਈ ਕੁਝ ਕਰਨਾ ਤਾਂ ਚੰਗੀ ਗੱਲ ਹੈ, ਕਿਉਂਕਿ ਜਿਵੇਂ ਵਾਇਰਸ ਹੈ, ਪਰਸੀ ਸੀ, ਉਹਦੇ ਤੋਂ ਬਚਣ ਲਈ ਅਸੀਂ ਹੱਥ ਨਹੀਂ ਸੀ ਲਾਉਂਦੇ, ਹੱਥ ਸਾਫ਼ ਰੱਖਦੇ, ਤੇ ਚੰਗੀ ਗੱਲ ਹੈ। ਪਰ ਜੇ ਕੋਈ ਕਹੇ ਜੀ ਮੈਨੂੰ ਕੋਈ ਟੱਚ ਨਾ ਕਰੇ, ਮੈਂ ਰੱਬ ਨਾਲ ਜੁੜਨਾ, ਮੈਂ ਮੈਲਾ ਹੋ ਜਾਵਾਂਗਾ, ਜਾਂ ਮੈਂ ਇਹ ਚੀਜ਼ ਮੇਰੇ ਭਾਂਡਿਆਂ ਨੂੰ ਹੱਥ ਨਾ ਕੋ ਲਾਏ, ਨਹੀਂ ਤੇ ਝੂਠੇ ਹੋ ਜਾਣਗੇ। ਸਤਿਗੁਰੂ ਜੀ ਨੇ ਇਹੀ ਤਾਂ ਗੱਲ ਕਹੀ ਸੀ ਹਰਿਦੁਆਰ ਦੀ ਧਰਤੀ ਤੇ। ਭਾਈ ਮਰਦਾਨਾ ਜੀ ਨੂੰ ਕਿਹਾ, ਮਰਦਾਨਿਆ ਉਹ ਸਾਧੂ ਇੱਕ ਧੂਣੀ ਤਾਈ ਬੈਠਾ ਹੈ, ਅੱਗ ਬਾਲੀ ਬੈਠਾ ਹੈ, ਉਥੋਂ ਅੱਗ ਲਿਆ ਕੇ ਲਿਆ, ਆਪਾਂ ਵੀ ਕੋਈ ਰੋਟੀ ਪਾਣੀ ਤਿਆਰ ਕਰ ਲਈਏ। ਮਰਦਾਨਾ ਜੀ ਗਏ। ਜਦੋਂ ਮਰਦਾਨਾ ਜੀ ਗਏ, ਹੁਣ ਮਰਦਾਨਾ ਜੀ ਬਾਰੇ ਸਾਰੀ ਦੁਨੀਆ ਨੂੰ ਪਤਾ ਸੀ ਕਿ ਮਰਦਾਨਾ ਬਾਬਾ ਨਾਨਕ ਜੀ ਦਾ ਕੀਰਤਨੀ ਹੈ, ਤੇ ਇਹ ਵੀ ਗੱਲ ਸਤਿਗੁਰੂ ਜੀ ਡਟ ਕੇ ਕਹਿੰਦੇ ਕਿ ਮਰਦਾਨਾ ਮਰਾਸੀ ਹੈ ਭਾਈ, ਇਹ ਰਬਾਬੀ ਹੈ, ਲਕਾਉਂਦੇ ਨਹੀਂ ਸਨ ਗੱਲ। ਲੋਕਾਂ ਦੇ ਭਰਮ ਹੀ ਤੇ ਸਤਿਗੁਰੂ ਜੀ ਨੇ ਕੱਟਣੇ ਸੀ, ਕਿਉਂਕਿ ਦੁਨੀਆ ਕਹਿੰਦੀ ਸੀ ਕਿ ਇਹ ਤੇ ਨੀਵੇਂ ਵਰਗ ਚੋਂ ਹੈ। ਸਤਿਗੁਰੂ ਜੀ ਕਹਿੰਦੇ ਤੇ ਮੇਰਾ ਭਰਾ ਹੈ, ਇਹ ਮੇਰਾ ਭਰਾ ਹੈ। ਮਰਦਾਨਾ ਜੀ ਗਏ, ਸਾਧੂ ਨੂੰ ਕਿਹਾ ਅੱਗ ਚਾਹੀਦੀ, ਸਾਧੂ ਨੇ ਦੇਖਿਆ ਇਹ ਬਾਬੇ ਨਾਨਕ ਜੀ ਦਾ ਮਰਦਾਨਾ ਆ ਗਿਆ, ਇਹ ਤਾਂ ਮਰਾਸੀ ਹੈ। ਬਲਦੀ ਬਲਦੀ ਇੱਕ ਲੱਕੜ ਜਿਹੜੀ ਸੀ ਨਾ ਲੈ ਕੇ ਮਰਦਾਨਾ ਜੀ ਦੇ ਮਗਰ ਭੱਜੇ। ਤੂੰ ਮੇਰਾ ਚੌਂਕਾ ਹੀ ਪਿੱਟ ਦਿੱਤਾ, ਮੇਰੇ ਚੌਂਕੇ ਚ ਆ ਗਿਆ, ਪਰਛਾਵਾਂ ਪੈ ਗਿਆ, ਤੇਰਾ ਚੌਂਕਾ ਪਿੱਟਿਆ ਗਿਆ। ਪਰਛਾਵੇਂ ਨਾਲ ਚੌਂਕਾ ਪਿੱਟਿਆ ਜਾਂਦਾ, ਪਰਛਾਵੇਂ ਨਾਲ ਬੰਦੇ ਪਿੱਟੇ ਜਾਂਦੇ ਨੇ। ਕਾਹਦਾ ਧਰਮ ਹੈ ਜਿਹੜਾ ਪਰਛਾਵੇਂ ਨਾਲ ਹੀ ਪਿੱਟਿਆ ਜਾਣਾ। ਮਰਦਾਨਾ ਜੀ ਅੱਗੇ ਅੱਗੇ, ਉਹ ਸਾਧੂ ਮਗਰ ਮਗਰ। ਮਰਦਾਨਾ ਦੌੜ ਭੱਜ ਚੱਕ ਆਪਣੀ ਜਾਨ ਬਚਾ ਕੇ ਸਤਿਗੁਰੂ ਜੀ ਦੇ ਚਰਨਾਂ ਡੇਗ ਪਿਆ। ਬਾਬਾ ਜੀ ਅੱਗ ਲੈਣ ਲਈ ਭੇਜਿਆ ਸੀ, ਅੱਗ ਤੇ ਮਗਰੀ ਭੱਜੀ ਆਉਂਦੀ ਹੈ। ਆਓ ਦੇਖੋ ਮਰਦਾਨਾ ਜੀ ਪਏ ਗੁਰੂ ਚਰਨਾਂ ਚ। ਸਤਿਗੁਰੂ ਜੀ ਨੇ ਦੇਖਿਆ, ਬੜੇ ਗੁੱਸੇ ਚ ਲਾਲ ਪੀਲਾ, ਅੱਗ ਨਾਲੋਂ ਵੀ ਜ਼ਿਆਦਾ ਲਾਲ ਹੋਇਆ ਸਾਧੂ ਮਰਦਾਨਾ ਜੀ ਦੇ ਮਗਰ। ਹੁਣ ਬਾਬਾ ਨਾਨਕ ਜੀ ਜਿਨ੍ਹਾਂ ਨੂੰ ਦੇਖ ਕੇ ਕੌਡੇ ਰਾਖਸ਼ ਵਰਗਿਆਂ ਦੇ ਤਪਦੇ ਕੜਾਹੇ ਠੰਡੇ ਹੋ ਜਾਂਦੇ ਨੇ, ਸ਼ੀਤਲਤਾ ਦੇ ਪੰਜੋ। ਸਤਿਗੁਰੂ ਜੀ ਕਹਿਣਗੇ, ਉਹ ਸਾਧੂ ਪੁਰਖਾ ਕੀ ਹੋ ਗਿਆ, ਇੰਨਾ ਗਰਮ, ਇੰਨਾ ਤੱਤਾ, ਕਾਰਨ ਕੀ ਹੈ? ਕਹਿੰਦਾ ਜੀ ਤੁਹਾਡੇ ਇਸ ਮਰਾਸੀ ਨੇ ਮੇਰਾ ਤੇ ਚੌਂਕਾ ਪਿੱਟ ਦਿੱਤਾ, ਜਿੱਥੇ ਮੈਂ ਰਸੋਈ ਤਿਆਰ ਕਰਨੀ, ਭੋਜਨ ਤਿਆਰ ਕਰਨਾ, ਪਿੱਟ ਦਿੱਤਾ। ਸਤਿਗੁਰੂ ਜੀ ਕਹਿੰਦੇ ਇਹਨੇ, ਇਹ ਤੇ ਬਾਣੀ ਪੜਨ ਵਾਲਾ ਬੰਦਾ, ਉਹ ਕੀਰਤਨ ਕਰਦਾ ਹੈ ਰੋਜ਼, ਗੁਰੂ ਕੀ ਬਾਣੀ ਪੜਨ ਵਾਲਾ ਬੰਦਾ। ਬਾਬਾ ਨਾਨਕ ਜੀ ਦਾ ਮਰਦਾਨਾ ਪਤਾ ਕਿੰਨਾ ਵਡਭਾਗੀ ਸੀ। 19 ਰਾਗਾਂ ਚ ਬਾਬਾ ਜੀ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਚ, ਉਹ ਸਾਰੀ ਬਾਣੀ ਮਰਦਾਨਾ ਜੀ ਨੇ ਗਾਈ ਹੈ। 47 ਸਾਲ ਮਰਦਾਨਾ ਜੀ ਸਤਿਗੁਰੂ ਜੀ ਦੇ ਨਾਲ ਰਹੇ ਨੇ। ਮਰਦਾਨਾ ਜੀ ਬ੍ਰਹਮ ਚ ਲਿਵਲੀਨ ਹੋ ਗਏ। ਬਾਣੀ ਪੜਨ ਵਾਲਾ ਬੰਦਾ, ਤੂੰ ਕਹਿੰਦਾ ਚੌਂਕਾ ਭਿੜ ਦਿੱਤਾ, ਬਾਣੀ ਪੜਨ ਵਾਲੇ ਤੇ ਚਰਨ ਕਿਤੇ ਪੈ ਜਾਣ, ਧਰਤੀ ਪਵਿੱਤਰ ਹੋ ਜਾਂਦੀ ਹੈ। ਕਹਿਣ ਲੱਗਾ ਨਹੀਂ ਜੀ, ਇਹ ਮਰਾਸੀ ਹੈ, ਇਹ ਨੀਵੀਂ ਜਾਤ ਦਾ, ਇਹਦੇ ਪਰਛਾਵੇਂ ਨਾਲ ਚੌਂਕਾ ਪਿੱਟਿਆ ਗਿਆ ਹੈ। ਉਹ ਸਤਿਗੁਰੂ ਜੀ ਕਹਿੰਦੇ ਨਹੀਂ ਭਲਿਆ ਪੁਰਖਾ, ਇਹਦੇ ਨਾਲ ਨਹੀਂ, ਉਹ ਤੇਰੇ ਕਰਕੇ ਪਿੱਟਿਆ ਗਿਆ। ਕਹਿੰਦਾ ਮੇਰੇ ਕਰਕੇ? ਹਾਂ ਤੇਰੇ ਕਰਕੇ। ਕਹਿੰਦਾ ਗੰਗਾ 'ਚ ਇਸ਼ਨਾਨ ਕੀਤਾ ਹੈ, ਕੱਪੜੇ ਵੀ ਗੰਗਾ ਦੇ ਪਾਣੀ ਨਾਲ ਧੋਣਾ, ਲੱਕੜੀਆਂ ਧੋ ਕੇ ਲਿਆਂਦੀਆਂ ਗੰਗਾ ਦੇ ਪਾਣੀ ਨਾਲ, ਚੌਂਕਾ ਜਿਹੜਾ ਉੱਥੇ ਗੰਗਾ ਦੇ ਪਾਣੀ ਦਾ ਪੋਚਾ ਫੇਰਿਆ, ਭਾਂਡੇ ਗੰਗਾ ਦੇ ਪਾਣੀ ਨਾਲ ਸਾਫ਼ ਕੀਤੇ ਨੇ, ਉਹ ਦਾਲਾਂ ਗੰਗਾ ਦੇ ਪਾਣੀ ਦੇ ਨਾਲ ਧੋਤੀਆਂ, ਮੈਂ ਕਿਵੇਂ ਭਿੜ ਦਿੱਤਾ? ਸਤਿਗੁਰੂ ਜੀ ਕਹਿੰਦੇ ਤੇਰੇ ਅੰਦਰ ਜਿਹੜਾ ਹੰਕਾਰ ਨਹੀਂ ਬੈਠਾ, ਤੇਰੇ ਅੰਦਰ ਜਿਹੜੀ ਇਹ ਖੋਟੀ ਮਤ ਬੈਠੀ ਕਿ ਇਹ ਨੀਵਾ ਹੈ, ਇਹ ਉੱਚਾ ਹੈ, ਛੂਤ ਹੈ, ਇਹ ਬ੍ਰਾਹਮਣ ਹੈ, ਇਹ ਜਿਹੜੀ ਤੇਰੀ ਮੱਤ ਨੇ ਤੇਰੇ ਸਰੀਰ ਨੂੰ ਪਿਟਿਆ, ਤੇਰੇ ਸਰੀਰ ਨੇ ਚੌਂਕੇ ਨੂੰ ਭਿੜਤਾ। ਮਰਦਾਨਾ ਜੀ ਦਾ ਕੀ ਕਸੂਰ ਹੈ? ਕੋ ਬੁੱਧ ਡੂਮਣੀ, ਕੋ ਦਇਆ, ਕੋ ਸਾਇਣ, ਪਰ ਨਿੰਦਾ, ਕਟ ਚੂੜੀ, ਮੁੱਠੀ ਕਰੋ ਚੰਡਾਲ, ਕਾਰੀ ਕੱਢੀ ਕਿਆ ਥੀ, ਇਹ ਚਾਰੇ ਬੈਠੀਆਂ ਨਾਲ ਤੇਰੀਆਂ ਲਕੀਰਾਂ ਕੀ ਕਰਨਗੀਆਂ? ਗੰਗਾ ਦਾ ਪਾਣੀ ਕੀ ਕਰੇਗਾ? ਤੇਰੇ ਵਰਗੇ ਤੇ ਗੰਗਾ ਨੂੰ ਵੀ ਭ੍ਰਿਸ਼ਟ ਕਰ ਦਿੰਦੇ ਨੇ, ਆ ਕੇ ਗੰਗਾ ਨੂੰ ਭ੍ਰਿਸ਼ਟ ਕਰ ਦਿੱਤਾ ਇਹੋ ਜਿਹੇ ਲੋਕਾਂ ਨੇ। ਗੰਗਾ ਪਵਿੱਤਰ ਹੈ, ਰੱਬ ਦੀ ਬਣਾਈ ਹੋਈ ਗੰਗਾ ਵਧੀਆ ਹੈ, ਪਰ ਗੁਰੂ ਕੀ ਬਾਣੀ ਇਹ ਗੱਲ ਕਹਿੰਦੀ ਹੈ, ਗੰਗਾ ਵਰਗੀਆਂ ਨਦੀਆਂ, ਗੰਗਾ, ਜਮਨਾ, ਗੋਦਾਵਰੀ, ਸੁਰਸਤੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈ। ਉਹ ਚਾਹੁੰਦੀ ਨੇ ਕੋਈ ਸਾਧੂ ਪੁਰਖ ਆਏ, ਕਿਉਂਕਿ ਇਹੋ ਜਿਹੇ ਲੋਕਾਂ ਨੇ ਸਾਨੂੰ ਮੈਲ ਨਾਲ ਭਰ ਦਿੱਤਾ ਹੈ, ਕੋਈ ਸਾਧੂ ਪੁਰਖ ਆਏ ਸਾਡੀ ਮੈਲ ਨੂੰ ਕੱਟ ਦੇਵੇ। ਤੇਰੇ ਵਰਗਿਆਂ ਨੇ ਤੇ ਗੰਗਾ ਪਵਿੱਤਰ ਕਰ ਦਿੱਤੀ, ਚੌਂਕਾ ਤੇ ਤੇਰਾ ਪਿੱਟਿਆ ਹੀ ਜਾਣਾ ਸੀ। ਤੀਰਥ ਇਹਨਾਂ ਲੋਕਾਂ ਨੇ ਪਿੱਟ ਦਿੱਤੇ, ਪਵਿੱਤਰ ਸਥਾਨ ਇਹਨਾਂ ਨੇ ਪਿੱਟ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਆਪ ਹੀ ਪਿੱਟਿਆ ਹੋਇਆ ਹੈ,
ਮਰਦਾਨਾ ਜੀ ਨੇ ਤੈਨੂੰ ਕੀ ਪਿੱਟਣਾ ਹੈ, ਮਰਦਾਨਾ ਜੀ ਦੇ ਦਾ ਕੀ ਤੇਰੇ ਤੇ ਅਸਰ ਪੈਣਾ ਹੈ। ਆਦੂ ਕੁਝ ਕਹਿੰਦੇ ਅਪਰਸ। ਕੋਈ ਬੰਦਾ ਇਹੋ ਜਿਹਾ ਹੋਏ ਜਿਹੜਾ ਕਹੇ ਜੀ ਮੈਂ ਕਿਤੇ ਸਪਰਸ਼ ਨਹੀਂ ਕਰਦਾ, ਕਿਤੇ ਹੱਥ ਨਹੀਂ ਲਾਉਂਦਾ, ਨਾ ਮੇਰੇ ਭਾਂਡਿਆਂ ਨੂੰ ਕੋਈ ਹੱਥ ਲਾਏ, ਨਾ ਮੇਰੇ ਕੋਈ ਵਸਤੂ ਨੂੰ ਹੱਥ ਲਾਏ। ਅਪਰਸ। ਕਰਤ ਪਾਕਸਾਰ। ਪਾਕਸਾਰ ਦਾ ਅਰਥ ਹੈ ਕਿ ਰਸੋਈ ਤਿਆਰ ਕਰੇ, ਐਨ ਸੁੱਚ ਸੰਜਮ ਨਾਲ, ਕੋਈ ਭਾਂਡਿਆਂ ਨੂੰ ਹੱਥ ਨਾ ਲਾਏ, ਕੋਈ ਉਹਦੇ ਭੋਜਨ ਚ ਦਖਲ ਨਾ ਦੇਵੇ। ਕਿਉਂਕਿ ਕੀ ਕਹਿੰਦੇ ਭੇਟ ਦਿੱਤਾ ਹੀ ਸਭ ਕੁਝ, ਮੈਂ ਬੜੀ ਸੋਚ ਸੰਜਮ ਨਾਲ ਤਿਆਰ ਕਰ ਰਿਹਾ ਸਭ ਭਾਂਡੇ ਭੇਟ। ਤੇ ਮੈਨੂੰ ਇੱਕ ਗੱਲ ਯਾਦ ਹੈ, ਬਚਪਨ ਚ ਬੜਾ ਸ਼ੌਂਕ ਸੀ ਗੁਰਮਤਿ ਨਾਲ ਜੁੜਨ ਦਾ, ਰੱਬ ਨੇ ਪਾਇਆ ਸੀ, ਬਜ਼ੁਰਗਾਂ ਪਾਸੋਂ ਇਹ ਦਾਤ ਮਿਲੀ। ਪੜ੍ਹਦਿਆਂ ਹੀ ਨਾ ਇੱਕ ਮੈਂ ਬੜੇ ਕਹਿੰਦੇ ਕਹਾਉਂਦੇ ਮੰਨੇ ਪਰਮੰਨੇ ਜਥੇ ਚਲ ਗਿਆ ਕਿ ਗੁਰਮਤਿ ਸਿੱਖਣੀ ਹੈ। ਗੁਰਮਤਿ ਬਚਪਨ ਸੀ, ਪਤਾ ਹੀ ਨਹੀਂ ਸੀ। 2-4 ਦਿਨ ਹੀ ਹੋਏ ਬੈਠ ਕੇ ਚਾਹ ਪਾਣੀ ਪੀਣ ਲੱਗੇ ਤੇ ਇੱਕ ਗਲਾਸ ਵਰਤਾ ਰਿਹਾ ਸੀ, ਗਲਾਸ ਵਰਤਾ ਰਿਹਾ ਸੀ ਤੇ ਮੈਂ ਮੇਰੇ ਹੱਡ ਬੀਤੀ ਘਟਣਾ, ਹੱਥ ਅੱਗੇ ਕਰਕੇ ਗਲਾਸ ਫੜ ਲਿਆ। ਮੈਂ ਉਹਦੇ ਹੱਥ ਚੋਂ ਹੱਥ ਅੱਗੇ ਕਰਕੇ ਗਲਾਸ ਫੜ ਲਿਆ ਤੇ ਉਹਨੇ ਭਲੇ ਪੁਰਖ ਨੇ ਪਹਿਲਾਂ ਤੇ ਮੈਨੂੰ ਦਬਕੇ ਮਾਰੇ ਤੇ ਫਿਰ ਉਹ ਸਾਰੀ ਜਿਹੜੀ ਸੀ ਨਾ ਟੋਕਰੀ ਗਲਾਸਾਂ ਵਾਲੇ ਥੱਲੇ ਰੱਖ ਲੈ, ਮਾਂਜ ਕੇ ਲਿਆ, ਤੂੰ ਤੇ ਝੂਠੇ ਕਰਤੇ। ਬੱਚਾ ਸੀ ਮੈਂ ਤੇ ਹੱਥ ਧੋ ਕੇ ਆਇਆ। ਕਹਿੰਦੇ ਨਹੀਂ, ਤੂੰ ਹੱਥ ਗਲਾਸ ਨੂੰ ਕਿਉਂ ਲਾਏ, ਉਹ ਗਲਾਸ ਮੇਰੇ ਹੱਥ ਸੀ, ਹੁਣ ਤੇਰੇ ਹੱਥਾਂ ਕਰਕੇ ਇਹ ਤੇ ਗਲਾਸ ਝੂਠਾ, ਮੇਰੇ ਹੱਥ ਸਾਰੇ ਭਾਂਡੇ ਝੂਠੇ ਹੋ ਗਏ ਨੇ। ਇਹ ਗੁਰਮਤਿ ਦੇ ਦਾਇਰੇ ਚ ਹੁੰਦਾ ਹੈ ਕੁਝ। ਬੜੀ ਮਨ ਨੂੰ ਠੋਕਰ ਲੱਗੀ, ਮੈਂ ਛੱਡ ਕੇ ਆ ਗਿਆ। ਹੱਥ ਮੈਂ ਗਲਾਸ, ਮੈਂ ਹੱਥ ਧੋ ਕੇ ਬੈਠਾ, ਤੂੰ ਗਲਾਸ ਨੂੰ ਹੱਥ ਕਿਉਂ ਲੈ ਫੜਿਆ ਕਿਉਂ? ਦੇਖਿਆ ਤੁਸੀਂ ਲੰਗਰ ਜਾਓ ਤੇ ਰੋਟੀ ਫੜ ਲਓ ਕਿ ਨਾਰਾਜ਼ ਹੋ ਜਾਂਦੇ, ਦੂਰੋਂ ਸੁੱਟਣੀ ਹੈ, ਤੁਹਾਡੇ ਲਾ ਹੱਥ ਨਾ ਲਾਇਓ ਨਹੀਂ ਤੇ ਪਿੱਟਿਆ ਜਾਣਾ ਸਭ ਕੁਝ। ਤੁਸੀਂ ਹੱਥ ਨਹੀਂ ਲਾਉਣਾ ਜੀ, ਦੂਰੋਂ ਸੁੱਟਾਂਗੇ ਤਾਂ ਹੀ ਗੱਲ ਬਣਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਾਕ ਸਾਰ। ਕੋਈ ਐਦਾਂ ਕਰੇ ਕਿ ਬੜਾ ਆਪਣੇ ਆਪ ਨੂੰ ਪਵਿੱਤਰ ਕਰਕੇ ਕੋਈ ਕਿਸੇ ਚੀਜ਼ ਨੂੰ ਸਪਰਸ਼ ਨਾ ਕਰਨ ਦੇਵੇ, ਹੱਥ ਨਾ ਲਾਉਣ ਦੇਵੇ, ਬੜਾ ਐ ਅਸ਼ੋ ਜਿਹਾ ਬਣ ਜਾਏ, ਅਸ਼ੂਤ ਕਿ ਕੋਈ ਛੂਏ ਨਾ ਇੱਥੇ ਆ ਕੇ। ਨਿਵਲੀ ਕਰਮ ਬਹੁ ਵਿਸਥਾਰ। ਕੋਈ ਨਿਉਲੀ ਜੋਗੀਆਂ ਵਾਲੇ ਨਿਉਲੀ ਆਸਨ ਕਰੇ। ਦੇਖੋ ਪੇਟ ਦੀ ਸਫਾਈ ਲਈ ਜਾਂ ਤੰਦਰੁਸਤੀ ਲਈ ਇਹ ਆਸਨ ਕੋ ਕਰੇ ਤੇ ਚੰਗੀ ਗੱਲ ਹੈ। ਸਰੀਰਕ ਤੰਦਰੁਸਤੀ ਦੇ ਲਈ ਕਿ ਪੇਟ ਠੀਕ ਰਹਿਣਾ ਚਾਹੀਦਾ ਹੈ, ਕੋਈ ਕਰੇ, ਕੋਈ ਗੱਲ ਨਹੀਂ ਹੈ। ਸਰੀਰ ਨੂੰ ਸੰਭਾਲਣਾ ਸਾਡਾ ਹੱਕ ਹੈ, ਅਧਿਕਾਰ ਹੈ, ਐਕਸਰਸਾਈਜ਼ ਕਰੇ। ਪਰ ਕੋਈ ਕਹੇ ਕਿ ਢਿੱਡ ਘੁਮਾਇਆ ਹੀ ਰੱਬ ਮਿਲ ਜਾਏਗਾ, ਇਸ ਤਰੀਕੇ ਨਾਲ ਸਾਹ ਉੱਤੇ ਠਾਂ ਕੇ ਰੱਬ ਮਿਲ ਜਾਏਗਾ, ਫਿਰ ਤਾਂ ਕੰਮ ਹੀ ਬੜਾ ਸੌਖਾ। ਸਾਡੇ ਕਈ ਲੋਕਾਂ ਨੇ ਰੱਬ ਦਾ ਪਵਿੱਤਰ ਨਾਮ ਵਾਹਿਗੁਰੂ ਵਰਗਾ ਕਹਿੰਦੇ ਜੀ ਏਦਾਂ ਜਪੋ, ਪਹਿਲਾਂ ਬਾਹਰ ਕੱਢੋ ਸਾਹ, ਫਿਰ ਅੰਦਰ ਕਰੋ, ਜੇ ਕਰੋ ਉਹ ਕਰੋ। ਸਾਡੀ ਵੀ ਉਧਰ ਨੂੰ ਗੱਲ ਤੁਰ ਪਈ। ਬਹੁਤੇ ਲਾਗੇ ਲੋਕ ਸਾਡੇ ਜੋਗੀਆਂ ਵਾਲੇ ਕਰਮ ਕਰਨ ਲੱਗ ਪਏ ਨਾਮ ਦੇ ਨਾਂ ਤੇ। ਜੋਗੀਆਂ ਵਾਲੇ ਜਦੋਂ ਕਹਿੰਦੇ ਇੱਥੇ ਜੇ ਰੋਕੋ, ਇੱਥੇ ਅੱਖੀਆਂ ਜੋੜ ਲਓ, ਏਦਾਂ ਬਾਹਰ ਕੱਢੋ, ਏਦਾਂ ਅੰਦਰ ਲਜਾਓ ਸਾਹ, ਏਦਾਂ ਵਾਹਿਗੁਰੂ ਕੋ, ਏਦਾਂ ਜੇ ਕਰੋ, ਇਹ ਕੀ ਸਾਧਨ? ਤੁਸੀਂ ਪਿਆਰ ਨਾਲ ਜਿਵੇਂ ਮਰਜ਼ੀ ਰੱਬ ਨੂੰ ਚੇਤੇ ਕਰ ਲਓ, ਸੁੱਤਿਆਂ ਕਰ ਲਓ, ਜਾਗਦਿਆਂ ਕਰ ਲਓ, ਕੰਮ ਕਰਦਿਆਂ ਕਰ ਲਓ। ਰਸਨਾ ਗੱਲ ਤਾਂ ਅੰਦਰ ਪਿਆਰ ਹੋਣਾ ਚਾਹੀਦਾ। ਗੁਰਬਾਣੀ ਕਹਿੰਦੀ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ, ਬਕ ਧਿਆਨ ਲਗਾਇਓ, ਨਹਾ ਪ੍ਰਿयोली सात समुद्र लोग गयो पर लोग गवायो, बास कियो बख्याल सो बैठ के ऐसे ऐसे सो बैस बितायो, साच गहूं सुन लेहो सबे, जिन प्रेम कियो तिन ही प्रभ पायो। ਹੁਣ ਜੇ ਸੋਚ ਸੰਜਮ ਨਾਲ ਰੱਬ ਮਿਲਣਾ ਤੇ ਕਿਰਤੀ ਬੰਦਾ ਤੇ ਰੱਬ ਨੂੰ ਮਿਲ ਹੀ ਨਹੀਂ ਸਕੇਗਾ। ਬਾਬਾ ਨਾਨਕ ਜੀ ਤੇ ਹਾਲ ਵੀ ਆਉਂਦੇ ਰਹੇ, ਰੱਬ ਨੂੰ ਨਾ ਮਿਲ ਸਕਦੇ। ਉਹ ਤੇ ਖੇਤਾਂ 'ਚ ਕੰਮ ਕਰਦੇ ਰਹੇ, ਉਹਨਾਂ ਨੇ ਤੇ ਲੈਣੇ ਨੂੰ ਕਿਹਾ ਚਿੱਕੜ 'ਚ ਵੜ ਜਾਓ, ਕੱਢੋ ਕੌਲਾ ਅੰਦਰ ਜਾ ਕੇ, ਉਹ ਰੱਬ ਨੂੰ ਨਾ ਮਿਲ ਸਕਦੇ। ਸਰੀਰਕ ਤੰਦਰੁਸਤੀ ਲਈ ਸਫਾਈ ਜ਼ਰੂਰੀ ਹੈ। ਕੋਈ ਸਰੀਰਕ ਤੰਦਰੁਸਤੀ ਲਈ ਘੱਟ ਆਹਾਰ ਖਾਂਦਾ ਜਾਂ ਨਹੀਂ ਖਾਂਦਾ, ਉਹ ਗੱਲ ਵੱਖਰੀ ਹੈ। ਕੋਈ ਸਰੀਰਕ ਤੰਦਰੁਸਤੀ ਲਈ ਕੋਈ ਆਸਨ ਕਰਦਾ ਹੈ, ਕੋਈ ਲੋਮ ਵਿਲੋਮ ਕਰਦਾ ਹੈ, ਉਹ ਗੱਲ ਠੀਕ ਹੈ। ਪਰ ਕੋਈ ਕਹੇ ਕਿ ਮੈਂ ਨਿਉਲੀ ਕਰਮ ਕਰਾਂਗਾ, ਲੋਮ ਵਿਲੋਮ ਕਰਾਂ, ਮੈਨੂੰ ਰੱਬ ਮਿਲ ਜਾਏਗਾ, ਫਿਰ ਤੇ ਕੰਮ ਹੀ ਬੜਾ ਸੌਖਾ ਹੈ। ਇਹ ਹੱਠ ਯੋਗ ਹੈ, ਇਹ ਮਾਰਗ ਨਹੀਂ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ। ਸਾਨੂੰ ਸਤਿਗੁਰੂ ਜੀ ਨੇ ਸਹਿਜ ਯੋਗ ਦਿੱਤਾ ਹੈ, ਗਿਆਨ ਦਾ ਮਾਰਗ ਦਿੱਤਾ, ਗਿਆਨ ਯੋਗ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕੋਈ ਬੰਦਾ ਨਿਵਲੀ ਕਰਮ ਬਹੁ ਵਿਸਥਾਰ, ਜੋਗੀਆਂ ਵਰਗੇ ਨਿਉਲੀ ਆਸਨ ਕਰੀ ਜਾਏ। ਕਈ ਤਰ੍ਹਾਂ ਦੇ ਉਹਨਾਂ ਦੇ ਆਸਨ ਨੇ, ਸਾਰੇ ਚਸ ਕਰ ਲੈ ਜਿੰਨੇ ਜੋਗੀਆਂ ਦੇ ਹੈਗੇ ਨੇ। ਧੂਪ ਦੀਪ ਕਰਤੇ ਹਰ ਨਾਮ, ਧੂਪ ਦੀਪ ਕਰਤੇ। ਤੇ ਕੋਈ ਬੰਦਾ ਨਾ ਬੜੀਆਂ ਧੂਫਾਂ ਤਖਾਈ ਜਾਏ, ਸੁਗੰਧੀ ਵਾਲੀਆਂ ਚੀਜ਼ਾਂ ਦੀਵੇ ਬਾਲੀ ਜਾਏ। ਆ ਦੇਖਦੇ ਹੀ ਆ ਧਰਮ ਸਥਾਨਾਂ ਤੇ ਹੁੰਦਾ ਹੀ ਹੈ। ਉਹ ਅੱਗ ਦੇ ਵਿੱਚ ਘਿਓ ਪਾਈ ਜਾਏ, ਅੱਗ ਦੇ ਵਿੱਚ ਸਮਗਰੀ ਲਿਆ ਕੇ ਪਾਈ ਜਾਏ,
ਦੇਖੋ ਇਹ ਵਾਤਾਵਰਣ ਨੂੰ ਵਧੀਆ ਕਰਨ ਲਈ ਇਹ ਚੀਜ਼ਾਂ ਚੰਗੀਆਂ ਨੇ। ਧੂਪ ਜਾਂ ਕੋਈ ਇਹ ਚੀਜ਼ਾਂ ਵਾਤਾਵਰਣ ਨੂੰ ਚੰਗੀਆਂ, ਕਿਉਂਕਿ ਜਿੱਥੇ ਅਸੀਂ ਬੈਠਣਾ ਉਹ ਵਾਤਾਵਰਣ ਵਧੀਆ ਹੋਣਾ ਚਾਹੀਦਾ। ਇਹ ਬਹੁਤ ਚੰਗੀ ਗੱਲ ਹੈ, ਇਹ 'ਚ ਕੋਈ ਮਾੜੀ ਗੱਲ ਨਹੀਂ ਹੈ। ਇਹਨਾਂ ਚੀਜ਼ਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਕਾਰਥੀ ਨੇ। ਵਾਤਾਵਰਣ ਜਿਵੇਂ ਅਸੀਂ ਗੁਰੂ ਘਰ ਬੈਠੇ ਆ, ਇੱਥੇ ਕੋਈ ਸੈਂਟ ਛਿੜਕਦਾ, ਉਹ ਵਾਤਾਵਰਣ ਦੇ ਲਈ ਵੀ ਆਪਾਂ ਬੈਠੇ ਆ, ਚੰਗਾ ਉੱਥੇ ਵਾਤਾਵਰਣ ਹੋਣਾ ਚਾਹੀਦਾ। ਕੋਈ ਧੂਪ ਦਿਖਾਉਂਦਾ, ਕੋਈ ਫੁੱਲ ਲਿਆਉਂਦਾ, ਇਹ ਵਾਤਾਵਰਣ ਲਈ ਹੈ। ਪਰ ਕੋਈ ਕਹੇ ਕਿ ਫੁੱਲ ਰੱਖਿਆ ਰੱਬ ਮਿਲ ਜਾਏਗਾ, ਜਾਂ ਇਹ ਧੂਪ ਦਿਖਾਇਆ ਰੱਬ ਮਿਲ ਜਾਏਗਾ। ਆਪਾਂ ਦੇਖਦੇ ਨਹੀਂ, ਉਹ ਮੂਰਤ ਦੇ ਦੁਆਲੇ ਸਾਡੇ ਵੀ ਸਿੱਖ ਵੀਰ ਜਾ ਕੇ ਦੁਕਾਨ ਦੇ ਮੂਰਤ ਦੇ ਦੁਆਲੇ ਗੋਲ ਗੋਲ ਜਿਹਾ ਘੁਮਾਈ ਜਾਣਗੇ। ਉਹ ਕਾਹਦੇ ਲਈ ਬਈ? ਉਹਦੇ ਨਾਲ ਕੀ ਹੋ ਜਾਏਗਾ? ਹਾਂ, ਸੁਗੰਧੀ ਲਈ ਉਹ ਦਿਖਾਉਣਾ ਚੰਗੀ ਗੱਲ ਹੈ, ਜ਼ਰੂਰ ਦਿਖਾਓ। ਪਰ ਜੇ ਤੁਸੀਂ ਕਹੋ ਕਿ ਏਦਾਂ ਫੇਰਿਆ ਦੀਵੇ, ਏਦਾਂ ਫੇਰਿਆ ਧੂਪ, ਏਦਾਂ ਫੇਰਿਆ ਰੱਬ ਮਿਲ ਜਾਏਗਾ, ਏਦਾਂ ਜਗਾਇਆ ਰੱਬ ਮਿਲ ਜਾਏਗਾ, ਇਹ ਜਗਾਇਆ ਰੱਬ ਮਿਲ, ਫਿਰ ਤੇ ਕੰਮ ਹੀ ਬੜਾ ਸੌਖਾ ਹੈ। ਰੱਬ ਦਾ ਇਹਦੇ ਨਾਲ ਕੀ ਸੰਬੰਧ ਹੈ ਵੀ? ਸਾਡੇ ਕੋਲ ਨਹੀਂ ਧੂਪ ਦੀਪ ਕਰਤੇ, ਕੋਈ ਧੂਪਾਂ ਦਿਖਾਈ ਜਾਏ, ਕੋਈ ਦੀਵੇ ਬਾਲੀ ਜਾਏ, ਦੀਵੇ ਥਾਲੀ ਚ ਪਾ ਕੇ ਘੁਮਾਈ ਜਾਏ, ਜਾਂ ਕੋਈ ਵੱਡਾ ਦੀਵਾ, ਕੋਈ ਘਿਓ ਦਾ ਦੀਵਾ ਬਾਲ ਲੈ। ਦੇਖੋ ਗੁਰੂ ਦਾ ਘਰ ਗਿਆਨ ਦਾ ਘਰ ਹੈ। ਹੈਰਾਨੀ ਹੁੰਦੀ ਹੈ, ਅਸੀਂ ਗੁਰਮਤਿ ਤੋਂ ਬਹੁਤ ਦੂਰ ਚਲੇ ਗਏ। ਬਹੁਤ ਸਾਰੇ ਧਰਮ ਸਥਾਨਾਂ ਤੇ ਜਾਓ ਨਾ, ਉੱਥੇ ਨਾ ਜੋਤ ਬਲਦੀ ਹੁੰਦੀ ਹੈ, ਲਾਈਟ ਲਈ ਜੋਤ ਜ਼ਰੂਰੀ ਹੈ। ਚਲੋ ਉਵੇਂ ਕਹਿ ਲੋ ਕਿ ਘਿਓ ਪਾਉਣੇ ਵਿੱਚ ਉਹਦੇ ਨਾਲ ਕੋਈ ਵਾਤਾਵਰਣ ਵਧੀਆ ਬਣਦਾ, ਉਹ ਵੀ ਚੰਗੀ ਗੱਲ ਹੈ। ਲੇਕਿਨ ਕੋਈ ਇਹ ਕਹੇ ਕਿ ਜੋਤ ਜਗਾਇਆ ਹੀ ਰੱਬ ਖੁਸ਼ ਹੋਣਾ, ਜਾਂ ਜੋਤ ਨੂੰ ਮੱਥੇ ਟੇਕੀ ਜਾਓ। ਕਈ ਲੋਕੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਮੱਥਾ ਬਾਅਦ ਟੇਕਦੇ, ਪਹਿਲਾਂ ਜੋਤ ਨੂੰ ਮੱਥੇ ਟੇਕਦੇ ਨੇ ਜਾ ਕੇ। ਜੋਤ ਨੂੰ ਅੱਖਾਂ ਨੂੰ ਲਾਈ ਜਾਣਗੇ, ਕੰਨਾਂ ਨੂੰ ਲਾਈ, ਪਤਾ ਨਹੀਂ ਕੀ ਕੁਝ ਕਰਦੇ ਨੇ। ਉਹ ਜੋਤ ਨੂੰ ਰੱਬ ਸਮਝੀ ਬੈਠੇ ਨੇ। ਇਹ ਜੋਤ ਲਾਈਟ ਲਈ ਸੀ, ਇਹ ਜੋਤ ਲਾਈਟ ਲਈ ਸੀ। ਜਾਂ ਜੋਤ ਉਵੇਂ ਕਹਿ ਲੋ ਕਿ ਘਿਓ ਜਿਹੜਾ ਉਹ ਜਦੋਂ ਜਲਦਾ ਹੈ ਵਾਤਾਵਰਣ ਵਧੀਆ ਬਣਦਾ, ਚੰਗੀ ਗੱਲ ਹੈ। ਲੇਕਿਨ ਜੇ ਕੋਈ ਕਹੇ ਕਿ ਜੋਤ ਨੂੰ ਮੱਥੇ ਟੇਕਿਆ ਰੱਬ ਖੁਸ਼ ਹੋ ਜਾਏਗਾ, ਜੋਤ ਜਗਾਇਆ ਰੱਬ ਮਿਲ ਜਾਏਗਾ, ਇਹਨਾਂ ਹੀ ਤੇ ਕੰਮਾਂ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰੋਕਿਆ। ਜੋਤ ਜਗਾਉਣੀ ਤੇ ਗਿਆਨ ਦੀ ਜਗਾਓ, ਜੋਤ ਜਗਾਉਣੀ ਤੇ ਵਾਹਿਗੁਰੂ ਜੀ ਦੇ ਪਿਆਰ ਦੀ ਜਗਾਓ। ਉਹ ਤੁਹਾਡੇ ਅੰਦਰ ਤੇ ਜੋਤ ਜਗੀ ਨਾ, ਤੇ ਬਾਹਰਲੀ ਇਕੱਲੀ ਜੋਤ ਜਿਹੜੀ ਉਹ ਉਵੇਂ ਚਾਨਣ ਤਾਂ ਕਰ ਸਕਦੀ, ਪਰ ਤੁਹਾਡੇ ਅੰਦਰ ਤੇ ਚਾਨਣ ਨਾ ਹੋਇਆ। ਇੱਕ ਜੋਤ ਦੀ ਗੱਲ ਤਾਂ ਕਿਤੇ ਸਾਡਾ ਸਤਿਗੁਰੂ ਦਾ ਕਹਿੰਦਾ, ਜੇ 100 ਚੰਦਾ ਉਗਵੇਂ ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਵੇਂ ਸੈਂਕੜੇ ਸੂਰਜ ਹਜ਼ਾਰਾਂ ਚੰਦਰਮਾ ਪ੍ਰਕਾਸ਼ਮਾਨ ਹੋ ਜਾਣ, ਜੇ ਅੰਦਰ ਗੁਰੂ का ਗਿਆਨ ਨਹੀਂ, ਗੁਰੂ का ਸ਼ਬਦ ਨਹੀਂ ਹੈ, ਤੇ ਇਹ ਬਾਹਰਲੀਆਂ ਜੋਤਾਂ ਕੀ ਕਰਨਗੀਆਂ ਵੇ? ਇਹ ਤੇ ਬਹੁਤ ਜਗਾਉਂਦੇ ਸਨ ਪਹਿਲਾਂ ਵੀ ਲੋਕ। ਅਸੀਂ ਗੁਰਦੁਆਰਿਆਂ 'ਚ ਵੀ ਜੇ ਇਹੀ ਕੰਮ ਕਰਨਾ ਤੇ ਸਾਡੇ 'ਚ ਤੇ ਉਹਨਾਂ 'ਚ ਕੀ ਫਰਕ ਹੈ ਬਈ? ਉਹਨਾਂ ਨੂੰ ਕਿਉਂ ਮਾੜਾ ਕਹਿੰਦੇ ਅਸੀਂ? ਫਿਰ ਉਹਨਾਂ ਨੂੰ ਕਿਉਂ ਮਾੜਾ ਕਹਿੰਦੇ ਅਸੀਂ? ਸਾਧੂ ਕੁਝ ਕਹਿੰਦੇ ਧੂਪ ਦੀਪ ਕਰਤੇ, ਕੋਈ ਧੂਪ ਦਿਖਾਈ ਜਾਂਦਾ ਹੈ, ਕੋਈ ਦੀਵੇ ਜਗਾਈ ਜਾਂਦਾ ਹੈ, ਹੋਰ ਬਹੁਤ ਕੁਝ ਕਰਦਾ ਹੈ। ਹਰ ਨਾਮ ਤੁਲ ਨਾ ਲਾਗੇ। ਗੁਰਦੇਵ ਕਹਿੰਦੇ ਭਾਈ ਵਾਹਿਗੁਰੂ ਜੀ ਦੇ ਸਿਮਰਨ ਦੇ ਤੋਲੇ ਨਹੀਂ ਪਹੁੰਚ ਸਕਦੇ ਲੋਕ। ਜੋ ਸਿਮਰਨ 'ਚੋਂ ਆਨੰਦ ਮਿਲਣਾ, ਸੁੱਖ ਮਿਲਣਾ, ਚਾਉ ਮਿਲਣਾ, ਇਹਨਾਂ ਚੀਜ਼ਾਂ ਚੋਂ ਨਹੀਂ ਮਿਲਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਗੁਰੂ ਦੀ ਮੱਤ ਰਾਹੀਂ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੀਏ ਤੇ ਅਰਦਾਸ ਕਰਿਆ ਕਰੀਏ ਰੋਜ਼ ਵਾਹਿਗੁਰੂ ਜੀ ਦੇ ਕੋਲ। ਉਹ ਕੀ ਕਰਨੀ ਕਿ ਰਾਮ ਦਿਆਰ ਸੁਨ ਦੀਨ ਬੇਨਤੀ, ਹੇ ਦਇਆ ਦੇ ਘਰ ਪਰਮ ਪਿਤਾ ਵਾਹਿਗੁਰੂ ਜੀ, ਪ੍ਰਭੂ ਜੀਓ, ਵਾਹਿਗੁਰੂ ਜੀਓ। ਬੜੇ ਨਾਮ ਨੇ ਪ੍ਰਮਾਤਮਾ ਦੇ, ਰਾਮ ਰਮਿਆ ਹੋਇਆ ਹੋਣ ਕਰਕੇ, ਕਿਉਂਕਿ ਉਹ ਵਿਆਪਕ ਹੈ ਸਾਰੇ ਥਾਵਾਂ ਤੇ, ਉਹਨੂੰ ਰਾਮ ਕਿਹਾ ਮਹਾਂਪੁਰਖਾਂ ਨੇ। ਰਾਮ ਰਾਮਦਾਸ ਦਸ਼ਰਥ ਦਾ ਬੇਟਾ ਨਹੀਂ, ਰਾਮਦਾਸ ਰਮਿਆ ਹੋਇਆ। ਦੇਖੋ ਰਾਮਚੰਦਰ ਜੀ ਵੀ ਰਾਮ ਨਾਮ ਜਪਦੇ ਸਨ। ਉਹ ਕਿਹੜੇ ਰਾਮ ਨੂੰ ਜਪਦੇ ਸਨ? ਕਹਿੰਦੇ ਰਾਮਚੰਦਰ ਜੀ ਨੇ ਪੱਥਰਾਂ ਤੇ ਰਾਮ ਅੱਖਰ ਲਿਖਿਆ ਤੇ ਪੱਥਰ ਤਰ ਗਏ। ਉਹ ਕਿਹੜਾ ਰਾਮ ਸੀ? ਰਾਮਚੰਦਰ ਜੀ ਤੋਂ ਪਹਿਲਾਂ ਧਰੂ ਜੀ ਹੋਏ ਨੇ, ਪ੍ਰਹਿਲਾਦ ਜੀ ਹੋਏ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹ ਕਿਹੜੇ ਰਾਮ ਨੂੰ ਜਪਦੇ ਸਨ? ਰਾਮਦਾਸ ਰਮਿਆ ਹੋਇਆ। ਉਹ ਪ੍ਰਮਾਤਮਾ ਪ੍ਰਭੂ ਈਸ਼ਵਰ, ਉਹਨੂੰ ਕੁਝ ਵੀ ਕਹਿ ਲੋ, ਜੋ ਸਰਵ ਵਿਆਪਕ ਹੈ, ਉਸ ਪਰਮਾਤਮਾ ਦੇ ਪਿਆਰ 'ਚ ਅਰਦਾਸ ਕਰੀਏ ਚਰਨਾਂ 'ਚ। ਰਾਮ ਦਿਆਰ ਸੁਨ ਦੀਨ ਬੇਨਤੀ, हे ਦਇਆ ਦੇ ਘਰ ਪਰਮ ਪਿਤਾ ਵਾਹਿਗੁਰੂ ਜੀਓ, ਮੇਰੀ ਦੀਨ ਦੀ ਇਹ ਬੇਨਤੀ ਸੁਣ ਲੋ, ਅਰਦਾਸ ਸੁਣ ਲੋ ਕਿ ਦੇਹ ਦਰਸ ਨੈਣ ਪੇਖੋ। ਮਹਾਰਾਜ ਜੀ ਮੈਨੂੰ ਆਪਣੇ ਦਰਸ਼ਨ ਦੀਦਾਰ ਬਖਸ਼ ਦਿਓ, ਮੈਂ ਇਹਨਾਂ ਅੱਖਾਂ ਦੇ ਨਾਲ ਤੁਹਾਡੇ ਦੀਦਾਰ ਕਰ ਲਵਾਂ। ਜਨ ਨਾਨਕ ਨਾਮ ਮਿਸ਼ਟ ਲਾਗੇ, ਤੁਹਾਡੇ ਇਸ ਸੇਵਕ ਨੂੰ ਨਾ ਨਾਮ ਮਿੱਠਾ ਲੱਗੇ, ਨਾਮ ਨਾਲ ਪਿਆਰ ਬਣ ਜਾਏ, ਕਿਉਂਕਿ ਨਾਮ ਦੇ ਤੁਲ ਕੋਈ ਚੀਜ਼ ਨਹੀਂ ਹੈ।
सतगुरु जी ने सारियां गिनतियां करतियां, दान कर लो, पुण्य कर लो, तीर्थ स्नान कर लो, जप कर लो, तप कर लो, हठ कर लो, तीर्थन दा रटन कर लो, पाठ कर लो, पूजा कर लो, होर हवन कर लो, सुगंधियां छिड़क दो, जो मर्जी कर लो। सतगुरु जी कहंदे ने हर नाम तुल न लागे, सिमरन दे वाहिगुरु जी दे नाम दे तुल कोई चीज नहीं है। इस करके वाहिगुरु जी कोलों नित अरदास करदियां मंगिया करिए, जन नानक मिष्ट लागे, मैनू सेवक नूं नाम मिठा लगे। वाहिगुरु जी नाम दे नाल साडा प्यार बन जाए। विसर नाहीं दातार अपना नाम देओ, गुण गावां दिन रात, नानक चाओ एहो। वाहिगुरु जी सानू कदी तुहाडा नाम ना भुल्ले, अरदास करनी है। वाहिगुरु जी बख्शिश जरूर करते ने जे असी अरदास करांगे। इन्नियां बेनतियां प्रवान करनियां जी, भुल्लां चुकां दी खिमा बख्श देनी। गरीब निवास सतगुरु सच्चे पातशाह समूह संगत नूं अपने दरों घरों नाम बाणी दा प्यार बख्श के किरतार्थ करन जी। प्यार से सारे ही बुलाओ। वाहिगुरु जी का खालसा, वाहिगुरु जी की